ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਸਾਰੀਆਂ ਭੈਣਾਂ ਦਾ ਔਰ ਵੀਰਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਹੀ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਵਿਚਾਰ ਕਰ ਰਹੇ ਹਾਂ ਔਰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਸਾਨੂੰ ਇਸ ਪਾਵਨ ਬਾਣੀ ਦੇ ਵਿੱਚੋਂ ਕੀ ਸਿੱਖਣ ਵਾਸਤੇ ਮਿਲ ਰਿਹਾ ਹੈ। ਅੱਜ ਤੱਕ ਕੱਲ ਤੱਕ ਅਸੀਂ 21 ਪੌੜੀਆਂ ਦੇ ਵਿਚਾਰ ਸਾਂਝੇ ਕਰ ਚੁੱਕੇ ਹਾਂ। ਕੱਲ ਅਸੀਂ ਵਿਚਾਰਿਆ ਸੀ ਕਿ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਰਚਨਾ ਅਨੰਤ ਹੈ, ਉਹ ਆਪ ਹੀ ਸਿਰਜਕ ਹੈ, ਆਪ ਹੀ ਸੰਚਾਲਕ ਹੈ ਔਰ ਜਗਤ ਦੇ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ ਤੇ ਹਰ ਇਨਸਾਨ ਦੇ ਅੰਦਰ ਸੰਭਾਵਨਾ ਹੈ ਉਹ ਰੱਬ ਵਰਗਾ ਹੋ ਕੇ ਜੀ ਸਕਦਾ ਹੈ। ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜੋ ਗੋਲ ਦਿੱਤਾ ਹੈ ਪੂਰੀ ਮਨੁੱਖਤਾ ਨੂੰ, ਉਹ ਗੋਲ ਵੀ ਇੱਕੋ ਹੀ ਹੈ, ਸਚਿਆਰ ਹੋਣਾ। ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਇਸਤਰੀ, ਪੁਰਸ਼, ਬੱਚੀ, ਬੱਚੇ, ਜਵਾਨ, ਪੜ੍ਹੇ, ਅਨਪੜ੍ਹ, ਰਾਜਾ, ਪ੍ਰਜਾ, ਕੋਈ ਵੀ ਹੈ, ਹਰ ਇੱਕ ਦਾ ਇੱਕ ਗੋਲ ਹੋਣਾ ਚਾਹੀਦਾ ਹੈ ਕਿ ਉਹ ਸਚਿਆਰ ਹੋ ਕੇ ਜ਼ਿੰਦਗੀ ਜੀਵੇ, ਮਨ, ਬਚਨ ਔਰ ਕਰਮ ਕਰਕੇ ਸੱਚਾ ਹੋਵੇ। ਕਿਉਂਕਿ ਸਚਿਆਰਤਾ ਦੇ ਅੰਦਰ ਸੁੱਖ ਹੈ, ਸਚਿਆਰਤਾ ਵਿੱਚ ਮਹਾਨਤਾ ਹੈ, ਸਚਿਆਰਤਾ ਵਿੱਚ ਹੀ ਇਨਸਾਨੀਅਤ ਹੈ। ਸਚਿਆਰ ਆਪ ਰੱਬ ਹੈ ਔਰ ਸਚਿਆਰ ਮਨੁੱਖ ਵੀ ਰੱਬ ਵਰਗਾ ਹੁੰਦਾ ਹੈ, ਰੱਬ ਵਰਗਾ ਹੋ ਜਾਂਦਾ ਹੈ, ਰੱਬ ਵਰਗਾ ਹੋ ਸਕਦਾ ਹੈ। ਇਹ ਸੰਭਾਵਨਾ ਸਾਡੇ ਸਾਰਿਆਂ ਦੇ ਵਿੱਚ ਹੈ। ਤਾਂ ਜਦੋਂ ਸਾਡੇ ਅੰਦਰ ਏਡੀ ਵੱਡੀ ਸੰਭਾਵਨਾ ਹੈ, ਪੋਸੀਬਿਲਿਟੀਜ਼ ਸਾਡੇ ਅੰਦਰ ਹੈ, ਤਾਂ ਫਿਰ ਸਾਨੂੰ ਇਹ ਟਰਾਈ ਕਰਨੀ ਚਾਹੀਦੀ ਹੈ ਔਰ ਸਾਡੇ ਅੰਦਰ ਸਮਰੱਥਾ ਵੀ ਹੈ ਕਿ ਅਸੀਂ ਐਸੇ ਹੋ ਸਕਦੇ ਹਾਂ। ਔਰ ਚਾਰ ਚੁਫੇਰੇ, ਖੁਸ਼ੀਆਂ, ਖੇੜੇ, ਆਨੰਦ, ਸੰਤਾ ਫੈਲੀ ਵੀ ਹੋਈ ਹੈ ਜਿਸ ਨੂੰ ਅਸੀਂ ਮਾਣ ਸਕਦੇ ਹਾਂ। ਅਸੀਂ ਇਨਸਾਨ ਹਾਂ ਤਾਂ ਇਨਸਾਨਾਂ ਵਾਲੀ ਜ਼ਿੰਦਗੀ ਜੀਣਾ ਸਾਡਾ ਹੱਕ ਵੀ ਹੈ ਔਰ ਸਾਡਾ ਫਰਜ਼ ਵੀ ਹੈ। ਫਿਰ ਜਿੰਨਾ ਵੀ ਸਮੱਸਿਆਵਾਂ ਨੇ ਸਾਰਿਆਂ ਦਾ ਹੱਲ ਵੀ ਹੋ ਜਾਂਦਾ ਹੈ। ਇਹ ਸੰਸਾਰ ਬੇਗਮਪੁਰਾ ਵੀ ਬਣ ਸਕਦਾ ਹੈ। ਇਸ ਸੰਸਾਰ ਦੇ ਅੰਦਰ ਸੁੱਖ ਸ਼ਾਂਤੀ ਚਾਰ ਚੁਫੇਰੇ ਆ ਸਕਦੀ ਹੈ ਜੇ ਹਰ ਬੰਦਾ ਟਰਾਈ ਕਰੇ। ਹੁਣ ਸਚਿਆਰ ਹੋਣ ਦੇ ਨਾਲ ਸਾਡੀਆਂ ਸਮੱਸਿਆਵਾਂ ਹੱਲ ਹੁੰਦੀਆਂ ਨੇ ਔਰ ਸਚਿਆਰ ਹੋਣ ਵਾਸਤੇ ਸਾਧਨ ਕੀ ਹੈ, ਗੁਰਦੇਵ ਪਾਤਸ਼ਾਹ ਨੇ ਉਹ ਵੀ ਸਾਨੂੰ ਦੱਸ ਦਿੱਤਾ ਹੈ। ਇੱਕੋ ਹੀ ਸਾਧਨ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜਦੋਂ ਤੋਂ ਸੰਸਾਰ ਹੋਂਦ ਵਿੱਚ ਆਇਆ ਉਦੋਂ ਤੋਂ ਇਸ ਸਿਸਟਮ ਵਿੱਚ ਚੱਲਿਆ ਆ ਰਿਹਾ ਹੈ ਕਿ ਸਾਰਾ ਜਗਤ ਕਿਸੇ ਹੁਕਮ ਦੇ ਅੰਦਰ, ਰਜਾ ਦੇ ਵਿੱਚ ਯਾਨੀ ਸਿਸਟਮ ਵਿੱਚ, ਲਾ ਆਫ ਨੇਚਰ ਦੇ ਅੰਦਰ ਕੰਮ ਕਰ ਰਿਹਾ ਹੈ। ਤੇ ਉਸ ਰੱਬੀ ਰਜਾ ਔਰ ਭਾਣੇ ਦੇ ਅੰਦਰ ਜ਼ਿੰਦਗੀ ਜੀਣਾ ਹੀ ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ। ਸਚਿਆਰ ਹੋਣ ਵਾਸਤੇ ਸਾਨੂੰ ਕੋਈ ਮਾਲਾ ਫੇਰਨ ਦੀ ਲੋੜ ਨਹੀਂ, ਸਚਿਆਰ ਹੋਣ ਲਈ ਕੋਈ ਸਮਾਧੀਆਂ ਲਾਉਣ ਦੀ ਲੋੜ ਨਹੀਂ, ਸਚਿਆਰ ਹੋਣ ਵਾਸਤੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਵੱਖਰੇ ਪਹਿਨਾਵੇ ਪਹਿਨਣ ਦੀ ਲੋੜ ਨਹੀਂ, ਜਪ ਤਪ ਸੰਜਮ ਕਰਨ ਦੀ ਲੋੜ ਨਹੀਂ। ਕੇਵਲ ਆਪਣੀ ਸੋਚ ਨੂੰ ਬਦਲਣਾ ਹੈ, ਮਨ, ਬਚਨ ਔਰ ਕਰਮ ਕਰਕੇ ਸੱਚ ਨੂੰ ਅਪਣਾਉਣਾ ਹੈ। ਕਿੰਨਾ ਸੌਖਾ ਰਾਸਤਾ ਹੈ ਨਾ ਆਪਣੇ ਜੀਵਨ ਨੂੰ ਸਵਰਗ ਬਣਾਉਣ ਦਾ। ਔਰ ਇਹ ਸੰਭਾਵਨਾ ਸਾਡੇ ਸਾਰਿਆਂ ਦੇ ਵਿੱਚ ਹੈ ਵੀ। ਸੰਭਾਵਨਾ ਵੀ ਹੋਵੇ, ਰਾਸਤਾ ਵੀ ਸੌਖਾ ਹੋਵੇ, ਫਿਰ ਵੀ ਜੇ ਕੋਈ ਬੰਦਾ ਸਚਿਆਰ ਹੋ ਕੇ ਨਾ ਜੀਵੇ ਤਾਂ ਇਹ ਬਦਕਿਸਮਤੀ ਗਿਣੀ ਜਾਏਗੀ। ਤਾਂ ਆਓ ਅਗਲੀਆਂ ਪੌੜੀਆਂ ਵਿੱਚ ਅਸੀਂ ਵੇਖਣ ਦਾ ਯਤਨ ਕਰੀਏ ਕਿ ਗੁਰਦੇਵ ਪਾਤਸ਼ਾਹ ਜੀ ਸਾਨੂੰ ਕੀ ਸਮਝਾ ਰਹੇ ਨੇ। 22ਵੀਂ ਪੌੜੀ ਦੀ ਪਹਿਲੀ ਪੰਕਤੀ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਇਹ ਲੱਖ ਸ਼ਬਦ ਦੋਹਾਂ ਪਾਸੇ ਅਰਥ ਦੇਵੇਗਾ। ਇਹਨੂੰ ਕਹਿੰਦੇ ਨੇ ਦੇਹਲੀ ਦੀਪਕ। ਦੇਹਲੀ ਦੀਪਕ ਉਹ ਸ਼ਬਦ ਹੁੰਦਾ ਹੈ ਜੋ ਦੋਹਾਂ ਪਾਸੇ ਅਰਥ ਦਿੰਦਾ ਹੈ। ਜਿਵੇਂ ਜੇ ਅਸੀਂ ਦੀਵਾ ਕਮਰੇ ਦੇ ਅੰਦਰ ਜਗਾਇਆ ਹੋਏ ਤਾਂ ਉਹ ਸਿਰਫ ਅੰਦਰ ਚਾਨਣਾ ਦੇਵੇਗਾ, ਜੇ ਅਸੀਂ ਬਾਹਰ ਜਗਾਇਆ ਹੋਏ ਤਾਂ ਉਹ ਸਿਰਫ ਬਾਹਰ ਚਾਨਣਾ ਦਿੰਦਾ ਹੈ। ਜਿਹਦੇ ਦੇਹਲੀ ਦਾ ਮਤਲਬ ਦਹਲੀਜ਼ ਦੇ ਉੱਤੇ ਦੀਵਾ ਜਗਾਇਆ ਹੋਏ ਨਾ, ਉਹਦਾ ਚਾਨਣਾ ਅੰਦਰ ਵੀ ਹੁੰਦਾ ਹੈ, ਉਹਦਾ ਚਾਨਣਾ ਬਾਹਰ ਵੀ ਹੁੰਦਾ ਹੈ। ਇਸ ਲਈ ਗੁਰਬਾਣੀ ਦੇ ਅੰਦਰ ਕੁਝ ਸ਼ਬਦ ਐਸੇ ਹੁੰਦੇ ਹਨ ਜਿਨ੍ਹਾਂ ਦਾ ਜਿਹੜਾ ਅਰਥ ਹੈ ਦੋਵਾਂ ਪਾਸੇ ਅਰਥ ਦਿੰਦੇ ਹਨ। ਜਿਵੇਂ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਇਹਦਾ ਅਰਥ ਦੋਵਾਂ ਪਾਸੇ ਹੋਏਗਾ ਪਾਤਾਲਾਂ ਪਾਤਾਲ ਲੱਖ, ਲੱਖ ਆਗਾਸਾਂ ਆਗਾਸ, ਯਾਨੀ ਲੱਖਾਂ ਹੀ ਆਕਾਸ਼ ਨੇ ਔਰ ਲੱਖਾਂ ਹੀ ਪਤਾਲ ਨੇ। ਹੁਣ ਇਹ ਪਾਤਾਲਾ ਸ਼ਬਦ ਜੋ ਪਹਿਲਾ ਹੈ,
ਅਸਲ ਦੇ ਅੰਦਰ ਸ਼ਬਦ ਹੈ ਪਾਤਾਲ। ਤੇ ਜਿਵੇਂ ਮੈਂ ਆਪ ਨਾਲ ਕੱਲ ਵੀ ਬੇਨਤੀ ਕੀਤੀ ਸੀ, ਜਦੋਂ ਗੁਰਬਾਣੀ ਦੇ ਅੰਦਰ ਕਿਸੇ ਨਾਮ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਨਾ, ਤਾਂ ਉਸ ਦਾ ਉਚਾਰਨ ਬਿੰਦੀ ਲਗਾ ਕੇ ਹੋਏਗਾ। ਆਸਕੀ ਸ਼ਬਦ ਹੈ ਪਾਤਾਲ, ਤੇ ਪਾਤਾਲ ਦੇ ਲੱਲੇ ਦੇ ਨਾਲ ਲਗਾਇਆ ਕੰਨਾ ਬਹੁਵਚਨੀ ਬਣਾਉਣ ਲਈ, ਸ਼ਬਦ ਬਣ ਗਿਆ ਪਾਤਾਲਾ। ਉਚਾਰਨ ਇਹਦਾ ਹੋਏਗਾ ਬਿੰਦੀ ਲਗਾ ਕੇ ਪਾਤਾਲਾਂ। ਇਸ ਤਰ੍ਹਾਂ ਹੀ ਸ਼ਬਦ ਹੈ ਆਗਾਸ, ਤੇ ਆਗਾਸ ਦੇ ਨਾਲ ਕੰਨਾ ਲਗਾ ਕੇ ਜਦੋਂ ਬਹੁਵਚਨੀ ਬਣਾਵਾਂਗੇ, ਸ਼ਬਦ ਬਣ ਗਿਆ ਆਗਾਸਾ। ਉਚਾਰਨ ਹੋਏਗਾ ਆਗਾਸਾਂ। ਇਹ ਨੇਮ ਧਿਆਨ ਦੇ ਵਿੱਚ ਰੱਖਣਾ ਹੈ। ਤਾਂ ਇਸ ਦਾ ਉਚਾਰਨ ਹੋਏਗਾ ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਗੁਰਦੇਵ ਪਾਤਸ਼ਾਹ ਸਮਝਾ ਰਹੇ ਨੇ ਕਿ ਪਾਤਾਲ ਦਾ ਮਤਲਬ ਧਰਤੀ ਦੇ ਥੱਲੇ ਹੋਰ ਧਰਤੀਆਂ ਨੇ, ਲੱਖਾਂ ਧਰਤੀਆਂ ਨੇ। ਆਗਾਸਾਂ ਦਾ ਮਤਲਬ ਧਰਤੀ ਤੋਂ ਉੱਤੇ ਆਕਾਸ਼ ਦੇ ਅੰਦਰ ਲੱਖਾਂ ਗ੍ਰਹਿ ਨਕਸ਼ਤਰ ਨੇ, ਤਾਰੇ ਸਿਆਰੇ ਸਿਤਾਰੇ ਨੇ। ਇਹ ਧਰਤੀ ਕੋਈ ਐਂਡ ਨਹੀਂ ਹੈ। ਜਿਵੇਂ ਸਾਨੂੰ ਆਕਾਸ਼ ਮੰਡਲ ਦੇ ਵਿੱਚ ਤਾਰੇ, ਚੰਦਰਮਾ, ਸੂਰਜ ਲਟਕਦੇ ਹੋਏ ਨਜ਼ਰੀ ਪੈਂਦੇ ਨੇ, ਜਦੋਂ ਅਸੀਂ ਚੰਦਰਮਾ ਤੇ ਜਾ ਕੇ ਵੇਖਾਂਗੇ ਧਰਤੀ ਵੀ ਸਾਨੂੰ ਲਟਕਦੀ ਹੋਈ ਨਜ਼ਰੀ ਪਵੇਗੀ। ਦੂਜੇ ਤਾਰਿਆਂ ਤੋਂ, ਦੂਜੇ ਗ੍ਰਹਿ ਤੋਂ ਇਹ ਵੀ ਲਟਕਦੀ ਹੋਈ ਨਜ਼ਰੀ ਪਵੇਗੀ। ਇਹ ਕਿਸੇ ਥੱਲੇ ਧੁਰੇ ਦੇ ਉੱਤੇ ਟਿਕੀ ਹੋਈ ਨਹੀਂ ਹੈ। ਤਾਂ ਪਾਤਾਲ ਅਸੀਂ ਕਹਿ ਦਿੰਦੇ ਹਾਂ ਜੋ ਥੱਲੇ ਇਲਾਕੇ ਨੇ, ਆਕਾਸ਼ ਕਹਿ ਦਿੰਦੇ ਹਾਂ ਜੋ ਉਤਲੇ ਇਲਾਕੇ ਨੇ। ਯਾਨੀ ਇਸ ਧਰਤੀ ਤੋਂ ਥੱਲੇ ਵੀ ਔਰ ਉੱਤੇ ਵੀ ਚਾਰ ਚੁਫੇਰੇ, ਕੋਈ ਅੰਤ ਨਹੀਂ ਹੈ। ਨਾ ਆਕਾਸ਼ ਦੇ ਅੰਦਰ ਜੋ ਉੱਤੇ ਦਿਸ ਰਹੇ ਤਾਰਕਾ ਮੰਡਲ ਨੇ, ਔਰ ਨਾ ਧਰਤੀ ਤੋਂ ਥੱਲੇ ਇਹ ਜਿਹੜੀ ਪ੍ਰਭੂ ਪਰਮਾਤਮਾ ਦੀ ਕਾਇਨਾਤ ਹੈ, ਇਹ ਅਨੰਤ ਹੈ। ਇੱਥੇ ਕੇਵਲ ਇੱਕ ਆਕਾਸ਼ ਔਰ ਇੱਕ ਪਾਤਾਲ ਨਹੀਂ ਹੈ। ਜਿੱਥੇ ਵੀ ਜਾਓਗੇ ਉੱਥੇ ਇੱਕ ਉਤਲਾ ਹਿੱਸਾ ਹੋਏਗਾ, ਇੱਕ ਥੱਲੇ ਵਾਲਾ ਹਿੱਸਾ ਹੋਏਗਾ। ਥੱਲੇ ਵਾਲੇ ਹਿੱਸੇ ਨੂੰ ਪਾਤਾਲ ਔਰ ਉੱਤੇ ਦਿਸਣ ਵਾਲੇ ਨੂੰ ਆਕਾਸ਼ ਕਹਾਂਗੇ। ਜਦੋਂ ਕਿਸੇ ਵੀ ਤਾਰੇ ਦੇ ਉੱਤੇ ਜਾਓਗੇ, ਉਹਦਾ ਆਪਣਾ ਇੱਕ ਆਕਾਸ਼ ਹੋਏਗਾ, ਉਹਦਾ ਆਪਣਾ ਇੱਕ ਪਾਤਾਲ ਹੋਏਗਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਇਹ ਧਰਤੀ ਅਨੰਤ ਹੈ, ਅਨੰਤ ਹੈ, ਲੱਖਾਂ ਨੇ ਆਕਾਸ਼ ਔਰ ਪਾਤਾਲ। ਓੜਕ ਓੜਕ ਭਾਲ ਥੱਕੇ। ਓੜਕ ਦਾ ਮਤਲਬ ਅੰਤ, ਭਾਲ ਦਾ ਮਤਲਬ ਲੱਭ ਲੱਭ ਕੇ, ਥੱਕੇ ਦਾ ਮਤਲਬ ਥੱਕ ਗਏ। ਇੱਥੇ ਭਾਲ ਦੇ ਲੱਲੇ ਨਾਲ ਸਿਹਾਰੀ ਹੈ ਨਾ, ਇਹਦਾ ਅਰਥ ਬਣ ਗਿਆ ਭਾਲ ਕੇ, ਓੜਕ ਓੜਕ ਭਾਲ ਥੱਕੇ। ਵੇਦ ਕਹਿਣ ਇੱਕ ਵਾਤ, ਇੱਕ ਵਾਤ ਦਾ ਮਤਲਬ ਇੱਕੋ ਗੱਲ, ਸਾਂਝੀ ਸੁਰ ਵਿੱਚ। ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਇਹ ਸੰਸਾਰ ਦਾ ਅੰਤ ਨਹੀਂ ਹੈ। ਵੇਦਾਂ ਸ਼ਾਸਤਰਾਂ ਨੂੰ ਲਿਖਣ ਵਾਲੇ ਵੀ ਇਹ ਵੇਖਦੇ ਰਹੇ, ਤਾਂ ਵੇਦ ਵੀ, ਵੇਦ ਸ਼ਾਸਤਰਾਂ ਨੂੰ ਜਾਣਨ ਵਾਲੇ ਵੀ ਇਹ ਕਹਿ ਰਹੇ ਨੇ ਕਿ ਲੱਖਾਂ ਆਕਾਸ਼ ਪਤਾਲ ਨੇ, ਇਹਨਾਂ ਦਾ ਅੰਤ ਲੱਭ ਲੱਭ ਕੇ ਹਾਰ ਗਏ ਨੇ, ਲੇਕਿਨ ਲੱਭੇ ਨਹੀਂ। ਇਹਦਾ ਅੰਤ ਲੱਭਿਆ ਨਹੀਂ ਜਾ ਸਕਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੋਂ ਇਹ ਸ੍ਰਿਸ਼ਟੀ ਸ਼ੁਰੂ ਹੁੰਦੀ ਹੈ ਔਰ ਇਸ ਜਗ੍ਹਾ ਤੇ ਜਾ ਕੇ ਇਹ ਸ੍ਰਿਸ਼ਟੀ ਖਤਮ ਹੋ ਜਾਂਦੀ। ਸਹਿਸ 18 ਕਹਿਣ ਕਤੇਬਾਂ। ਕਤੇਬਾਂ ਦਾ ਮਤਲਬ ਜੋ ਸਾਮੀ ਮੱਤ ਦੇ ਧਰਮ ਗ੍ਰੰਥ ਨੇ, ਕੁਰਾਨ ਹੈ, ਅੰਜੀਲ ਹੈ, ਤੌਰੇਤ ਹੈ, ਬਾਈਬਲ ਹੈ। ਸਹਿਸ 18 ਦਾ ਮਤਲਬ 18,000 ਆਲਮ। ਉਹ ਕਹਿੰਦੇ ਨੇ ਕਿ 18,000 ਆਲਮ ਨੇ, ਪਰ ਅਸੁਲੂ ਇੱਕ ਧਾਤ। ਹੁਣ ਅਸੁਲੂ ਇੱਕ ਧਾਤ, ਇਹਨੂੰ ਇੱਕ ਤਾਂ ਅਸੀਂ ਅਸੂਲੂ ਨਹੀਂ ਪੜ੍ਹਨਾ। ਅਸੂਲੂ ਦਾ ਮਤਲਬ ਹੈ ਕਿ ਜੋ ਇਸ ਸੰਸਾਰ ਦੇ ਅੰਦਰ, ਅਸਲ ਦੇ ਅੰਦਰ ਜੋ ਚੀਜ਼ ਹੈ ਨਾ, ਉਹ ਕੀ ਹੈ? ਅਸੂਲੂ ਦਾ ਮਤਲਬ ਹੈ ਮੁੱਢ। ਇੱਕ ਧਾਤ ਦਾ ਮਤਲਬ ਇੱਕ ਅਕਾਲ ਪੁਰਖ, ਅਸੂਲੂ ਦਾ ਮਤਲਬ ਹੈਗਾ ਮੁੱਢ। ਇੱਕ ਧਾਤ ਦਾ ਮਤਲਬ ਇੱਕ ਰੱਬ। ਇਹਨਾਂ ਸਾਰਿਆਂ ਦਾ ਜੋ ਮੁੱਢ ਹੈ ਉਹ ਰੱਬ ਹੈ। ਕੋਈ 18,000 ਆਲਮ ਕਹਿੰਦਾ ਹੈ, ਕੋਈ ਲੱਖਾਂ ਕਹਿੰਦਾ ਹੈ, ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹਦਾ ਅੰਤ ਨਹੀਂ ਹੈ। ਅਸੀਂ ਇਹ ਕਹਿ ਸਕਦੇ ਹਾਂ ਅਸੂਲੂ ਦਾ ਮਤਲਬ ਮੁੱਢ, ਇੱਕ ਧਾਤ ਦਾ ਮਤਲਬ ਇੱਕੋ ਰੱਬ ਹੈ। ਇਹਨਾਂ ਸਾਰਿਆਂ ਦਾ ਮੁੱਢ ਇੱਕ ਰੱਬ ਹੈ, ਇੱਕ ਤੋਂ ਇਹ ਸਾਰੇ ਪੈਦਾ ਹੋਏ ਨੇ। ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਸ਼ੁਰੂ ਵਿੱਚ ਮੰਗਲਾਚਰਨ, ਜਾਂ ਜਿਸ ਨੂੰ ਅਸੀਂ ਮੂਲ ਮੰਤਰ ਵੀ ਕਹਿੰਦੇ ਹਾਂ, ਮੂਲ ਮੰਤਰ ਵਿੱਚ ਗੁਰਦੇਵ ਨੇ ਬਚਨ ਕੀਤਾ ਹੈ ਇੱਕ ਓੰਕਾਰ। ਇੱਕ ਓੰਕਾਰ ਦਾ ਭਾਵ ਹੀ ਇਹ ਹੈ ਕਿ ਇੱਕ ਸਰਬ ਵਿਆਪਕ ਪਰਮ ਸੱਤਿਆ,
ਜਿਸ ਰਾਹੀਂ ਸੰਸਾਰ ਦੀ ਉਤਪत्ति, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਉਹ ਇੱਕ ਹੈ ਔਰ ਉਹ ਇੱਕ ਹੀ ਫੈਲਿਆ ਹੋਇਆ ਹੈ। ਅਵਿਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਉਹ ਇੱਕ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ, ਵੱਖਰਾ ਨਹੀਂ ਹੈ। ਉਹ ਇੱਕ ਹੀ ਸੰਸਾਰ ਰੂਪ ਹੋ ਗਿਆ ਹੈ, ਰਚਨਾ ਰੂਪ ਹੋ ਗਿਆ ਹੈ। ਰਚਨਾ ਦੇ ਅੰਦਰ ਆਪ ਹੀ ਸਮਾਇਆ ਹੋਇਆ ਹੈ, ਰਚਨਾ ਤੋਂ ਬਾਹਰ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾ ਸਾਰਿਆਂ ਦਾ ਜੋ ਅਸਲਾ ਹੈ, ਮੁੱਢ ਹੈ, ਮੂਲ ਹੈ, ਉਹ ਇੱਕ ਹੈ। ਤਾਂ ਜੇ ਇਹ ਚੀਜ਼ ਸਾਡੀ ਸਮਝ ਵਿੱਚ ਆ ਜਾਏ ਕਿ ਸਭ ਦਾ ਮੁੱਢ ਇੱਕ ਹੈ, ਮੇਰਾ ਮੁੱਢ ਵੀ ਇੱਕ ਹੈ, ਤੁਹਾਡਾ ਵੀ ਇੱਕ ਹੈ, ਹਿੰਦੂ ਮੁਸਲਮਾਨਾਂ ਦਾ ਵੀ ਇੱਕ ਹੈ, ਤਾਂ ਫਿਰ ਸਾਡੇ ਬਖੇੜੇ ਖਤਮ ਹੋ ਜਾਂਦੇ। ਜਦੋਂ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਿਰ ਮੰਦਾ ਕੌਣ ਤੇ ਚੰਗਾ ਕੌਣ? ਜਦੋਂ ਏਕ ਪਿਤਾ ਏਕਸ ਕੇ ਹਮ ਬਾਰਿਕ, ਜੇ ਚੀਜ਼ ਸਾਡੀ ਸਮਝ ਵਿੱਚ ਬਹਿ ਜਾਏ ਨਾ, ਔਰ ਇਸ ਚੀਜ਼ ਨੂੰ ਅਸੀਂ ਅਪਣਾ ਲਈਏ ਔਰ ਉਸ ਇੱਕ ਸਿਸਟਮ ਨੂੰ ਅਪਣਾ ਲਈਏ, ਤਾਂ ਸਾਡੀਆਂ ਧਾਰਮਿਕ ਔਰ ਰਾਜਨੀਤਿਕ, ਸਮਾਜਿਕ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ। ਜਦੋਂ ਇੱਕ ਹੀ ਹੈ ਤੇ ਆਪਣੇ ਉੱਤੋਂ ਖੋਲ ਨੂੰ ਤੋੜੋ। ਅਸਲ ਦੇ ਅੰਦਰ ਮੇਰੀ ਜੋ ਸਮਝ ਵਿੱਚ ਬਹਿੰਦਾ ਹੈ ਗੁਰਬਾਣੀ ਨੂੰ ਪੜ੍ਹ ਕੇ, ਇਸੇ ਖੋਲ ਦੇ ਵਿੱਚ ਵੱਖਰੇ ਵੱਖਰੇ ਖੋਲ ਨੇ ਸਾਡੇ, ਔਰ ਉਹਨਾਂ ਖੋਲਾਂ ਦੇ ਅੰਦਰ ਲੋਕ ਬੱਝੇ ਹੋਏ ਨੇ। ਜਦੋਂ ਉਹ ਖੋਲ ਟੁੱਟੇਗਾ ਤਾਂ ਅੰਦਰੋਂ ਨਿਰੰਕਾਰ ਪ੍ਰਗਟ ਹੋਏਗਾ। ਨਿਰੰਕਾਰ ਸਭ ਦੇ ਅੰਦਰ ਹੈ, ਵਿਸ਼ਾਲਤਾ ਸਭ ਦੇ ਵਿੱਚ ਹੈ। ਇਹਨੂੰ ਅਸੀਂ ਐਵੇਂ ਸਮਝ ਸਕਦੇ ਹਾਂ ਕਿ ਜਿਵੇਂ ਇੱਕ ਬੋੜ ਦਾ ਨਿੱਕਾ ਜਿਹਾ ਬੀਜ, ਉਸ ਬੀਜ ਦੇ ਅੰਦਰ ਬੋੜ ਸਮਾਇਆ ਹੋਇਆ ਹੈ। ਵੈਸੇ ਜੇ ਅਸੀਂ ਦੇਖੀਏ ਨਾ ਕਿ ਇਸ ਬੋੜ ਦੇ ਵਿੱਚ ਬੀਜ ਦੇ ਵਿੱਚ ਬੋੜ ਤਾਂ ਨਹੀਂ ਮਿਲੇਗਾ। ਜੇ ਉਸ ਬੀਜ ਨੂੰ ਤੋੜ ਕੇ ਉਹਦੇ ਵਿੱਚ ਬੋੜ ਵੇਖਣਾ ਚਾਹੋਗੇ ਤਾਂ ਨਹੀਂ ਲੱਭੇਗਾ, ਨਹੀਂ ਮਿਲੇਗਾ। ਬੀਜ ਖਤਮ ਹੋ ਜਾਏਗਾ, ਬੋੜ ਦੀ ਹੋਂਦ ਵੀ ਖਤਮ ਹੋ ਜਾਏਗੀ। ਪਰ ਜੇ ਸਿਸਟਮ ਦੇ ਅੰਦਰ ਉਸ ਨੂੰ ਜ਼ਮੀਨ ਵਿੱਚ ਦਬਾਓਗੇ, ਉਹਨੂੰ ਨਮੀ, ਪਾਣੀ, ਹਵਾ ਮਿਲੇਗੀ, ਉਹਦੇ ਚੋਂ ਅੰਕੁਰ ਫੁੱਟੇਗਾ। ਇੱਕ ਅੰਕੁਰ ਜ਼ਮੀਨ ਦੀਆਂ ਗਹਿਰਾਈਆਂ ਵੱਲ ਔਰ ਦੂਜਾ ਆਕਾਸ਼ ਦੀਆਂ ਉਚਾਈਆਂ ਵੱਲ ਵਧੇਗਾ, ਉਹ ਬੋੜ ਬਣ ਜਾਏਗਾ, ਬੀਜ ਹੀ ਬੋੜ ਬਣ ਜਾਏਗਾ। ਸਾਡੇ ਅੰਦਰ ਵੀ ਅਸੀਂ ਖੋਲਾਂ ਦੇ ਅੰਦਰ ਲਿਪਟੇ ਹੋਏ ਹਾਂ। ਕਿੰਨੇ ਖੋਲ ਨੇ ਮਜ਼ਬੂਤ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਦਾਜ, ਦਹੇਜ, ਲੜਾਈ, ਦੰਗੇ, ਫਸਾਦ। ਕਿੰਨੇ ਖੋਲ ਨੇ ਜਿਨ੍ਹਾਂ ਦੇ ਅੰਦਰ ਅਸੀਂ ਲਿਪਟੇ ਹਾਂ। ਇਹਨਾਂ ਖੋਲਾਂ ਨੂੰ ਤੋੜ ਦੋ, ਖਤਮ ਕਰ ਦੋ, ਅੰਦਰੋਂ ਪ੍ਰਭੂ ਪ੍ਰਗਟ ਹੋ ਜਾਏਗਾ। ਤੇ ਇਸ ਖੋਲ ਨੂੰ ਤੋੜਨ ਦਾ ਇੱਕੋ ਸਾਧਨ ਹੈ, ਜੇ ਹਥੌੜੇ ਨਾਲ ਤੋੜੋਗੇ ਤੇ ਨਹੀਂ ਟੁੱਟਣਗੇ। ਹੁਕਮ ਰਜ਼ਾਈ ਚੱਲਣਾ, ਇਹ ਨਿਯਮ ਹੈ। ਰਜਾ ਨੂੰ ਸਮਝਣਾ, ਹੁਕਮ ਨੂੰ ਸਮਝਣਾ, ਲਾ ਆਫ ਨੇਚਰ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜੀਣੀ। ਖੋਲ ਟੁੱਟ ਜਾਣਗੇ, ਅੰਦਰੋਂ ਇੱਕ ਪ੍ਰਗਟ ਹੋ ਜਾਏਗਾ, ਤੇ ਉਹ ਇੱਕ ਦੀ ਸੰਭਾਵਨਾ ਮੇਰੇ ਵਿੱਚ ਵੀ ਹੈ ਔਰ ਤੁਹਾਡੇ ਵਿੱਚ ਵੀ ਹੈ। ਅਸੀਂ ਸਾਰੇ ਸਚਿਆਰ ਹੋ ਸਕਦੇ ਹਾਂ। ਤਾਂ ਸਾਰਿਆਂ ਦਾ ਅਸਲਾ ਇੱਕੋ ਹੀ ਹੈ। ਇਹਨੂੰ ਅਸੂਲੂ ਨਹੀਂ ਪੜਨਾ, ਇਹਨੂੰ ਅਸੂਲੂ ਵੀ ਨਹੀਂ ਪੜਨਾ, ਲੇਕਿਨ ਛੋਟਾ ਜਿਹਾ ਥੋੜਾ ਜਿਹਾ ਔਂਕੜ ਦੀ ਆਵਾਜ਼ ਦੇਣੀ ਹੈ, ਅਸੂਲੂ। ਔਂਕੜ ਦੀ ਥੋੜੀ ਜਿਹੀ ਆਵਾਜ਼ ਆਏਗੀ। ਲੇਖਾ ਹੋਏ ਤਾਂ ਲਿਖੀਐ, ਲੇਖੇ ਹੋਏ ਵਿਨਾਸ਼। ਹੁਣ ਗੁਰੂ ਜੀ ਕਹਿੰਦੇ ਨੇ, ਨਾ ਤਾਂ 18,000 ਆਲਮ ਹੀ ਨੇ, ਔਰ ਨਾ ਅਸੀਂ ਲੱਖਾਂ ਆਕਾਸ਼ ਪਤਾਲ ਹੀ ਕਹਿ ਸਕਦੇ ਹਾਂ, ਕਿਉਂਕਿ ਲੱਖਾਂ ਦੇ ਵਿੱਚ ਵੀ ਗਿਣਤੀ ਰਹਿ ਜਾਏਗੀ ਨਾ। ਲੱਖਾਂ ਕਿੰਨੇ ਲੱਖ? ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਲੇਖਾ ਹੋਏ ਤਾਂ ਲਿਖੀਐ। ਲੱਖਾਂ ਤਾਂ ਕਹਿ ਸਕਦੇ ਹਾਂ ਜੇ ਲੇਖਾ ਹੋ ਸਕਦਾ ਹੋਵੇ ਕਿ ਇੰਨੇ ਲੱਖ ਇਸ ਧਰਤੀ ਤੇ ਤਾਰੇ ਨੇ, ਇੰਨੇ ਲੱਖ ਸੂਰਜ ਨੇ, ਜਾਂ ਇੰਨੇ ਲੱਖ ਆਕਾਸ਼ ਗੰਗਾਵਾਂ ਨੇ। ਜੇ ਤਾਂ ਇਹਦਾ ਲੇਖਾ ਜੋਖਾ ਹੋ ਸਕਦਾ ਹੋਏ, ਫਿਰ ਤਾਂ ਲੱਖਾਂ ਕਰੋੜਾਂ ਵਿੱਚ ਲਿਖੀਏ, ਪਰ ਇਹਦਾ ਲੇਖਾ ਨਹੀਂ ਹੋ ਸਕਦਾ, ਗਿਣਤੀ ਮਿਣਤੀ ਨਹੀਂ ਹੋ ਸਕਦੀ। ਲੇਖੇ ਹੋਏ ਵਿਨਾਸ਼, ਲੇਖੇ ਦਾ ਹੀ ਵਿਨਾਸ਼ ਹੋ ਜਾਏਗਾ, ਖਤਮ ਹੋ ਜਾਏਗਾ ਲੇਖਾ। ਯਾਨੀ ਤੁਹਾਡੇ ਹਿੰਦਸੇ ਮੁੱਕ ਜਾਣਗੇ, ਅੰਕ ਮੁੱਕ ਜਾਣਗੇ। ਕਿੰਨੇ ਅੰਕ ਲਿਖੋਗੇ?
ਲਿਖੇ ਹੋਏ ਵਿਨਾਸ਼ ਦਾ ਮਤਲਬ ਤੁਹਾਡੇ ਲੇਖੇ ਦਾ ਹੀ ਨਾਸ਼ ਹੋ ਜਾਣਾ ਹੈ, ਭਾਵ ਲੇਖੇ ਦਾ ਐਂਡ ਹੋ ਜਾਣਾ ਹੈ, ਤੁਹਾਡੇ ਹਿੰਦਸੇ ਮੁੱਕ ਜਾਣਗੇ, ਗਿਣਤੀ ਦੇ ਅੱਖਰ ਮੁੱਕ ਜਾਣਗੇ। ਤੇ ਇਸ ਲਈ ਉਹ ਅਨੰਤ ਹੈ ਇਹ ਰਚਨਾ। ਹੁਣ ਅਗਲਾ ਬਚਨ ਕਰਦੇ ਨੇ, ਨਾਨਕ ਵੱਡਾ ਆਖੀਐ, ਕਿ ਇਹ ਨਾਨਕ ਉਹਨੂੰ ਵੱਡਾ ਆਖਣਾ ਚਾਹੀਦਾ ਹੈ, ਉਹਨੂੰ ਵੱਡਾ ਲੋਕ ਆਖਦੇ ਨੇ। ਵੱਡਾ ਆਖੀਏ ਦਾ ਮਤਲਬ ਆਖਿਆ ਜਾਂਦਾ ਹੈ ਕਿ ਉਹ ਵੱਡਾ ਹੈ, ਔਰ ਵਾਸਤਵ ਦੇ ਵਿੱਚ ਵੱਡਾ ਹੈ। ਪਰ ਗੁਰੂ ਜੀ ਕਹਿੰਦੇ ਨੇ ਆਪੇ ਜਾਣੈ ਆਪ, ਉਹ ਆਪਣੇ ਆਪ ਨੂੰ ਆਪ ਜਾਣਦਾ ਹੈ ਕਿ ਕਿੱਡਾ ਵੱਡਾ ਹੈ। ਮੈਂ ਨਹੀਂ ਕਹਿ ਸਕਦਾ ਕਿ ਉਹ ਏਡਾ ਵੱਡਾ ਹੈ, ਤੁਸੀਂ ਨਹੀਂ ਕਹਿ ਸਕਦੇ ਕਿ ਉਹ ਏਡਾ ਵੱਡਾ ਹੈ, ਕਿਉਂਕਿ ਉਹਦੇ ਆਦ ਅੰਤ ਨੂੰ ਜਾਣਿਆ ਨਹੀਂ ਨਾ। ਪਤਾ ਹੋਏ ਕਿ ਇੱਥੇ ਉਹਦੇ ਪੈਰ ਨੇ, ਇੱਥੇ ਉਹਦਾ ਸਿਰ ਹੈ, ਨਾਪ ਲੈ ਲਈਏ, ਐਵੇਂ ਤਾਂ ਨਾਪ ਲਿਆ ਨਹੀਂ ਨਾ ਉਹਦਾ ਕਿਸੇ ਨੇ। ਇਸ ਕਾਇਨਾਤ ਨੂੰ ਨਾਪਿਆ ਨਹੀਂ ਨਾ ਜਾ ਸਕਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਭਾਵ ਕਹਿਣ ਦਾ ਕਿ ਉਸ ਪ੍ਰਭੂ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਤੇ ਉਹ ਇੱਕ ਸਾਡੇ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਮਹਾਨ ਹੈ, ਵੱਡਾ ਹੈ। ਹੁਣ ਇੱਥੋਂ ਸਾਨੂੰ ਜ਼ਿੰਦਗੀ ਵਾਸਤੇ ਕੀ ਮਿਲਦਾ ਹੈ? ਦੇਖੋ, ਸਾਨੂੰ ਇੱਕ ਬਹੁਤ ਵੱਡੀ ਵਿਸ਼ਾਲ ਸੋਚ ਮਿਲ ਰਹੀ ਹੈ ਅਗਾਂਹ ਵਧਣ ਦੀ, ਵਿਕਾਸ ਕਰਨ ਦੀ। ਇੱਕ ਤੇ ਇਸ ਅੰਤ ਨਹੀਂ ਹੈ, ਧਰਤੀਆਂ ਦਾ, ਆਕਾਸ਼ਾਂ ਦਾ, ਇਹਨਾਂ ਚੀਜ਼ਾਂ ਦਾ ਅੰਤ ਨਹੀਂ ਹੈ। ਤਾਂ ਜਿਹੜੇ ਵਿਗਿਆਨਿਕ ਵੀਰ ਇਹਨਾਂ ਖੋਜਾਂ ਦੇ ਅੰਦਰ ਲੱਗੇ ਹੋਏ ਨੇ, ਇੱਥੇ ਉਹਨਾਂ ਵਾਸਤੇ ਅਨੰਤ ਸੰਭਾਵਨਾ ਹੈ। ਉਹਨਾਂ ਦੀਆਂ ਖੋਜਾਂ ਕਦੇ ਖਤਮ ਨਹੀਂ ਹੋਣਗੀਆਂ, ਅਨੰਤ ਸੰਭਾਵਨਾ ਹੈ। ਜਿੰਨਾ ਮਰਜ਼ੀ ਖੋਜਾਂ ਕਰੀ ਜਾਣ, ਵਿਸ਼ਾਲ ਤੋਂ ਵਿਸ਼ਾਲ ਖੋਜਾਂ ਦੀ ਸੰਭਾਵਨਾ ਹੈ। ਅੱਜ ਤੱਕ ਹੋਈਆਂ ਨੇ, ਅੱਗੋਂ ਹੁੰਦੀਆਂ ਰਹਿਣਗੀਆਂ। ਪਹਿਲੀ ਗੱਲ। ਦੂਜੀ ਗੱਲ ਕਿ ਉਹਦੇ ਗੁਣਾਂ ਦਾ ਅੰਤ ਕੋਈ ਨਹੀਂ। ਤਾਂ ਇਹਦਾ ਮਤਲਬ ਕਿ ਸਾਡੇ ਅੰਦਰ ਅਨੰਤ ਗੁਣਾਂ ਦੀ ਸੰਭਾਵਨਾ ਹੈ। ਅਸੀਂ ਹਰ ਰੋਜ਼ ਆਪਣੀ ਸ਼ਖਸੀਅਤ ਦੇ ਅੰਦਰ ਨਵਾਂ ਵਿਕਾਸ ਕਰ ਸਕਦੇ ਹਾਂ, ਕਿਉਂਕਿ ਉਹ ਅਨੰਤ ਗੁਣਾਂ ਦਾ ਮਾਲਕ ਸਾਡੇ ਅੰਦਰ ਬੈਠਾ ਹੈ ਨਾ। ਇਹ ਨਹੀਂ ਕਿ ਸਾਡੇ ਅੰਦਰ ਕੇਵਲ ਸੱਚ ਬੋਲਣ ਦੇ ਗੁਣ ਹੈ, ਦਇਆ ਬੋਲਣ ਦਾ ਗੁਣ ਹੈ, ਜਾਂ ਇੰਨੇ ਗੁਣ ਨੇ, ਇਸ ਤੋਂ ਅੱਗੇ ਅਸੀਂ ਕੁਝ ਨਹੀਂ ਕਰ ਸਕਦੇ। ਐਸਾ ਨਹੀਂ ਹੈ, ਕਿਉਂਕਿ ਅਨੰਤ ਹੈ ਨਾ। ਇਸ ਲਈ ਸਾਡੇ ਅੰਦਰ ਹਰ ਇਨਸਾਨ ਵਿੱਚ ਅਨੰਤ ਸੰਭਾਵਨਾ ਹੈ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਦੀ। ਤੁਸੀਂ ਆਪਣੀ ਪਰਸਨੈਲਿਟੀ ਨੂੰ ਜਿੰਨਾ ਮਰਜ਼ੀ ਡਿਵੈਲਪ ਕਰ ਸਕਦੇ ਹੋ, ਬਹੁਤ ਕੁਝ ਸਿੱਖ ਸਕਦੇ ਹੋ। ਜਿਵੇਂ ਕਿ ਸਾਡੀ ਜ਼ਿੰਦਗੀ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਨਾ, ਦੋ ਚਾਰ ਚੀਜ਼ਾਂ ਨੇ, ਉਹਨਾਂ ਵਾਸਤੇ ਆਮ ਬੰਦੇ ਨੂੰ ਥੋੜਾ ਬਹੁਤਾ ਨੌਲੇਜ ਤਾਂ ਜ਼ਰੂਰ ਹੋਣਾ ਚਾਹੀਦਾ। ਜਿਸ ਤਰ੍ਹਾਂ ਸਿਚੁਏਸ਼ਨ ਮੈਨੇਜਮੈਂਟ ਹੈ, ਤਾਂ ਇਹਦੇ ਵਾਸਤੇ ਸਾਡੇ ਕੋਲੋਂ ਕਿੰਨੇ ਸਾਰੇ ਕੋਰਸ ਕਰਾਏ ਜਾਂਦੇ ਨੇ ਨਾ। ਸਿਚੁਏਸ਼ਨ ਮੈਨੇਜਮੈਂਟ ਦਾ ਕੋਰਸ ਕਰਨ ਵਾਸਤੇ ਹੀ ਤੁਹਾਨੂੰ ਲੱਖਾਂ ਰੁਪਏ ਦੇਣੇ ਪੈ ਸਕਦੇ ਨੇ। ਜਿਵੇਂ ਸਟ੍ਰੈਸ ਮੈਨੇਜਮੈਂਟ ਹੈ, ਸਟ੍ਰੈਸ ਨੂੰ ਮੈਨੇਜ ਕਿਵੇਂ ਕਰਨਾ ਹੈ, ਇਹਦੇ ਵਾਸਤੇ ਵੱਖਰੇ ਕੋਰਸ ਕਰਾਏ ਜਾਂਦੇ ਨੇ। ਟਾਈਮ ਮੈਨੇਜਮੈਂਟ ਹੈ, ਟਾਈਮ ਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ। ਪੀਪਲ ਮੈਨੇਜਮੈਂਟ ਹੈ, ਅਸੀਂ ਲੋਕਾਂ ਨੂੰ ਕਿਵੇਂ ਮੈਨੇਜ ਕਰਨਾ ਹੈ। ਕਿੰਨੇ ਸਾਰੇ ਕੋਰਸ ਨੇ ਨਾ। ਪਰ ਜੇ ਅਸੀਂ ਗੁਰਬਾਣੀ ਨੂੰ ਪੜ੍ਹੀਏ ਤਾਂ ਸਾਨੂੰ ਸਾਰੀਆਂ ਚੀਜ਼ਾਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਮਿਲ ਜਾਂਦੀਆਂ। ਔਰ ਫਿਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੋਲਡ ਕਰ ਸਕਦੇ ਹੋ। ਮੰਨ ਲਓ ਜੇ ਅਸੀਂ, ਕਿਉਂਕਿ ਛੋਟੇ ਤੌਰ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਵੇਖਣ ਦਾ ਯਤਨ ਕਰੀਏ, ਸਾਡਾ ਪਰਿਵਾਰ ਹੈ, ਸਾਡਾ ਘਰ ਕਿਸੇ ਮੁਹੱਲੇ ਦੇ ਵਿੱਚ ਹੈ, ਤੇ ਉੱਥੇ ਕੁਝ ਪਰੇਸ਼ਾਨੀਆਂ ਸਾਨੂੰ ਆ ਰਹੀਆਂ ਨੇ, ਤਾਂ ਇਹ ਸਿਚੁਏਸ਼ਨ ਮੈਨੇਜਮੈਂਟ ਵਿੱਚ ਆਏਗਾ ਨਾ ਕਿ ਅਸੀਂ ਇਸ ਸਿਚੁਏਸ਼ਨ ਦੇ ਅੰਦਰ ਮੈਨੇਜ ਕਿਵੇਂ ਕਰਨਾ ਹੈ। ਅਸੀਂ ਇੱਥੋਂ ਘਰ ਵੇਚ ਕੇ ਦੂਜੀ ਜਗ੍ਹਾ ਜਾ ਨਹੀਂ ਸਕਦੇ, ਸਾਡੇ ਕੋਲ ਗੁੰਜਾਇਸ਼ ਨਹੀਂ, ਅਸੀਂ ਵੱਡਾ ਘਰ ਲੈ ਨਹੀਂ ਸਕਦੇ, ਇਸ ਮੁਹੱਲੇ ਵਿੱਚ ਹਾਲੇ ਸਾਨੂੰ ਕੁਝ ਸਮਾਂ ਰਹਿਣਾ ਪੈਣਾ ਹੈ, ਤੇ ਅਸੀਂ ਇੱਥੇ ਪਰੇਸ਼ਾਨ ਹਾਂ। ਤਾਂ ਇਹ ਸਿਚੁਏਸ਼ਨ ਮੈਨੇਜ ਕਰਨਾ ਆਉਣਾ ਚਾਹੀਦਾ ਨਾ। ਇਹਨੂੰ ਅਸੀਂ ਕਿਵੇਂ ਹੋਲਡ ਕਰਨਾ ਹੈ। ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜਾਂਗੇ ਤੇ ਸਾਨੂੰ ਹਰ ਥਾਂ ਵਿਆਪਕ ਪ੍ਰਭੂ ਨਜ਼ਰੀ ਪਵੇਗਾ, ਹਰ ਇਨਸਾਨ ਦੇ ਵਿੱਚ ਉਹ ਪ੍ਰਭੂ ਦਿਸੇਗਾ। ਅਸੀਂ ਬਹੁਤ ਚੰਗਾ ਉਸ ਚੀਜ਼ ਨੂੰ ਮੈਨੇਜ ਕਰ ਸਕਦੇ ਹਾਂ। ਔਰ ਅਸੀਂ ਹਰ ਥਾਂ ਤੇ ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਇੱਥੋਂ ਅਸੀਂ ਉਪਦੇਸ਼ ਲੈ ਸਕਦੇ ਹਾਂ। ਹੁਣ ਪੀਪਲ ਮੈਨੇਜਮੈਂਟ ਹੈ, ਜਿਵੇਂ ਲੋਕ ਨੇ ਨਾ, ਕਈ ਤਰ੍ਹਾਂ ਦੀਆਂ ਪਰਸਨੈਲਿਟੀਜ਼ ਨੇ। ਕਈ ਲੋਕ ਨੇ ਨਕਾਰਾਤਮਕ ਸੋਚ ਵਾਲੇ ਨੇ, ਕਈ ਲੋਕ ਪੋਜ਼ਿਟਿਵ ਥਿੰਕਿੰਗ ਵਾਲੇ ਨੇ, ਕਈ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ। ਇਹ 3-4 ਤਰ੍ਹਾਂ ਦੇ ਲੋਕ ਤਾਂ ਸਾਨੂੰ ਆਮ ਮਿਲਦੇ ਨੇ ਨਾ। ਤਾਂ ਇਹਨਾਂ ਦੇ ਵਿੱਚੋਂ ਵੀ ਅਸੀਂ ਕਿਸ ਤਰ੍ਹਾਂ ਰਹਿ ਸਕਦੇ ਹਾਂ। ਦੇਖੋ, ਜਿਸ ਬੰਦੇ ਦੇ ਅੰਦਰ ਕ੍ਰੋਧ ਹੈ,
ਹੁਣ ਕ੍ਰੋਧੀ ਬੰਦਾ ਆਪਣਾ ਆਪਾ ਗਵਾ ਬੈਂਦਾ ਹੈ, ਸੰਬੰਧ ਤੋੜ ਬੈਂਦਾ ਹੈ। ਪਰ ਜੇ ਅਸੀਂ ਉਹਨੂੰ ਮੈਨੇਜ ਕਰਨਾ ਹੋਵੇ ਤਾਂ ਕ੍ਰੋਧੀ ਬੰਦੇ ਤੋਂ ਵੀ ਅਸੀਂ ਕੁਝ ਸਿੱਖ ਸਕਦੇ ਹਾਂ, ਕਿਉਂਕਿ ਕ੍ਰੋਧੀ ਬੰਦਾ ਜਿਹੜਾ ਹੈ ਨਾ, ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਹੁੰਦੀ ਹੈ, ਉਹ ਕਹਿੰਦਾ ਕਿ ਮੈਂ ਤੈਨੂੰ ਇਹ ਕਰਕੇ ਦਿਖਾਵਾਂਗਾ। ਔਰ ਕਈ ਕ੍ਰੋਧੀ ਜਿਹੜੇ ਲੋਕ ਨੇ ਉਹ ਕਰ ਦਿੰਦੇ ਨੇ ਵੀ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਨਹੀਂ ਬੋਲਣਾ, ਤਾਂ ਉਹ ਨਹੀਂ ਬੋਲਦੇ। ਦ੍ਰਿੜਤਾ ਤੇ ਹੁੰਦੀ ਹੈ ਨਾ, ਤਾਂ ਉਹਦੇ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਮੈਂ ਵੀ ਸਫਲ ਹੋਣਾ ਹੈ ਤਾਂ ਮੈਂ ਸਫਲ ਹੋ ਕੇ ਦਿਖਾਵਾਂਗਾ। ਉਸ ਕ੍ਰੋਧ ਤੇ ਕ੍ਰੋਧੀ ਬੰਦੇ ਕੋਲੋਂ ਅਸੀਂ ਇਹ ਚੀਜ਼ ਸਿੱਖ ਸਕਦੇ ਹਾਂ, ਉਹਦੇ ਨਾਲ ਅਸੀਂ ਰਹਿੰਦੇ ਹੋਏ ਵੀ ਉਹਦੇ ਕ੍ਰੋਧ ਦਾ ਲਾਭ ਉਠਾ ਸਕਦੇ ਹਾਂ। ਦੂਜਾ ਬੰਦਾ ਹੈ ਪੋਜ਼ਿਟਿਵ ਸੋਚਦਾ ਹੈ, ਤਾਂ ਪੋਜ਼ਿਟਿਵ ਬੰਦੇ ਕੋਲੋਂ ਤੇ ਸਾਨੂੰ ਪੋਜ਼ਿਟਿਵ ਮਿਲ ਹੀ ਜਾਏਗੀ, ਉਹਦੇ ਨਾਲ ਤਾਂ ਸਾਨੂੰ ਕੋਈ ਪ੍ਰੋਬਲਮ ਆਉਣੀ ਹੀ ਨਹੀਂ ਹੈ। ਉਹਦੇ ਕੋਲੋਂ ਅਸੀਂ ਪੋਜ਼ਿਟਿਵ ਸਿੱਖਣਾ, ਅਗਾਂਹ ਵਧਣਾ ਸਿੱਖ ਸਕਦੇ ਹਾਂ ਕਿ ਅਸੀਂ ਚੰਗਾ ਸੋਚਣਾ ਹੈ। ਲੇਕਿਨ ਤੀਜਾ ਬੰਦਾ ਹੈ ਜੋ ਹਮੇਸ਼ਾ ਨੈਗੇਟਿਵ ਹੀ ਸੋਚਦਾ ਹੈ ਕਿ ਇਹ ਚੀਜ਼ ਇੱਥੇ ਨਹੀਂ ਹੋਣੀ ਚਾਹੀਦੀ, ਇਹਦਾ ਨੁਕਸਾਨ ਹੋਏਗਾ, ਜੇ ਤੁਸੀਂ ਐਵੇਂ ਚਲਾਓਗੇ ਤੇ ਐਕਸੀਡੈਂਟ ਹੋ ਜਾਏਗਾ, ਇੰਜ ਕਰੋਗੇ ਤੇ ਇਹ ਹੋ ਜਾਏਗਾ। ਯਾਨੀ ਉਹ ਹਰ ਚੀਜ਼ ਦੇ ਵਿੱਚ ਨੈਗੇਟਿਵ ਦੇਖਦਾ ਹੈ, ਤੇ ਨੈਗੇਟਿਵ ਬੰਦਿਆਂ ਦੇ ਨਾਲ ਰਹਿਣਾ ਬੜਾ ਔਖਾ ਹੋ ਜਾਂਦਾ ਨਾ। ਨੈਗੇਟਿਵ ਸੋਚ ਵਾਲਾ ਬੰਦਾ ਕਾਮਯਾਬ ਕਈ ਵਾਰ ਨਹੀਂ ਹੁੰਦਾ, ਔਰ ਦੂਜਿਆਂ ਨੂੰ ਵੀ ਕਾਮਯਾਬ ਹੋਣ ਤੋਂ ਰੋਕਦਾ ਹੈ। ਲੇਕਿਨ ਜੇ ਅਸੀਂ ਇਹਨੂੰ ਮੈਨੇਜ ਕਰਨਾ ਹੋਵੇ, ਕੁਝ ਸਿੱਖਣਾ ਹੋਵੇ, ਤਾਂ ਜਿਹੜੇ ਨੈਗੇਟਿਵ ਥਿੰਕਿੰਗ ਵਾਲੇ ਬੰਦੇ ਨੇ ਨਾ, ਉਹ ਹਰ ਕੰਮ ਨੂੰ ਪਰਫੈਕਟ ਕਰਨਾ ਚਾਹੁੰਦੇ ਨੇ। ਉਹ ਹਰ ਕੰਮ ਦੇ ਅੰਦਰ ਨਾ ਥੋੜਾ ਦੋਸ਼ ਵੀ ਦੇਖਦੇ ਨੇ ਕਿ ਇੱਥੇ ਦੋਸ਼ ਵੀ ਹੈ, ਤਾਂ ਉੱਥੋਂ ਅਸੀਂ ਇਹ ਚੀਜ਼ ਸਿੱਖ ਸਕਦੇ ਹਾਂ। ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਾਂਗੇ ਨਾ, ਤਾਂ ਇਹ ਸੰਸਾਰ ਇੱਕ ਸੁਹਾਵਣਾ ਹੋ ਜਾਏਗਾ, ਸਾਡੇ ਅੰਦਰ ਵਿਕਾਸ ਆਏਗਾ, ਸਾਡੇ ਅੰਦਰ ਪੋਜ਼ਿਟਿਵ ਥਿੰਕਿੰਗ ਆਏਗੀ। ਔਰ ਕਿਉਂਕਿ ਸਾਨੂੰ ਗੁਰਬਾਣੀ ਰੱਬ ਦੇ ਨਾਲ ਜੋੜਦੀ ਹੈ, ਸਾਨੂੰ ਹਰ ਥਾਂ ਤੇ ਰੱਬ ਵਿਖਾਇਆ ਜਾ ਰਿਹਾ ਹੈ ਕਿ ਹਰ ਥਾਂ ਤੇ ਉਹ ਪ੍ਰਭੂ ਵਸ ਰਿਹਾ ਹੈ, ਤੇ ਰੱਬ ਦੇ ਅੰਦਰ ਤੇ ਹੈ ਹੀ ਗੁਣ ਨੇ। ਇਸ ਲਈ ਸਾਡੀ ਜ਼ਿੰਦਗੀ ਦੇ ਅੰਦਰ ਵਿਕਾਸਤਾ ਆਏਗੀ, ਅਸੀਂ ਵਿਕਾਸਸ਼ੀਲ ਬਣਾਂਗੇ। ਔਰ ਜਦੋਂ ਅਸੀਂ ਇਹਨਾਂ ਚੀਜ਼ਾਂ ਤੇ ਅਮਲ ਕਰਾਂਗੇ ਤਾਂ ਸਾਡੀ ਜਿਹੜੀ ਪਰਸਨੈਲਿਟੀ ਹੈ ਇਹ ਮਹਾਨ ਹੋਏਗੀ, ਵਿਅਕਤੀਤਵ ਦੇ ਅੰਦਰ ਵਿਕਾਸ ਹੋਏਗਾ। ਔਰ ਜਿੰਨਾ ਮਰਜ਼ੀ ਵਿਕਾਸ ਕਰ ਲਓ, ਜਿਵੇਂ ਮੈਂ ਪਹਿਲਾਂ ਵੀ ਇਹ ਬੇਨਤੀਆਂ ਕਰ ਚੁੱਕਾ ਕਿ ਤੁਹਾਡੀ ਬੋਲਬਾਣੀ ਬਹੁਤ ਮਿੱਠੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਇਹ ਮਿੱਠੀ ਬੋਲਬਾਣੀ ਹੋਰ ਵਧਾਈ ਜਾ ਸਕਦੀ ਹੈ, ਇਹਦੇ ਵਿੱਚ ਹੋਰ ਮਿਠਾਸ ਪੈਦਾ ਕੀਤੀ ਜਾ ਸਕਦੀ ਹੈ। ਸ਼ਬਦਾਵਲੀ ਤੁਹਾਡੀ ਬਹੁਤ ਚੰਗੀ ਹੈ, ਪਰ ਇਹ ਚੰਗੀ ਸ਼ਬਦਾਵਲੀ ਦਾ ਐਂਡ ਥੋੜਾ ਹੈ। ਆਪਣੀ ਸ਼ਬਦਾਵਲੀ ਵਿੱਚ ਹੋਰ ਵਾਧਾ ਕਰੋ। ਤੁਸੀਂ ਪਰਿਵਾਰ ਵਿੱਚ ਬੜੇ ਪ੍ਰੇਮ ਨਾਲ ਰਹਿੰਦੇ ਹੋ, ਤਾਂ ਇਹ ਪ੍ਰੇਮ ਦਾ ਐਂਡ ਥੋੜੀ ਹੈ, ਹੋਰ ਪ੍ਰੇਮ ਦੇ ਨਾਲ ਰਹੋ। ਤਾਂ ਇਸ ਤਰ੍ਹਾਂ ਜਦੋਂ ਅਸੀਂ ਸਮਝਾਂਗੇ ਕਿ ਉਹ ਅਨੰਤ ਗੁਣਾਂ ਦਾ ਮਾਲਕ ਸਾਡੇ ਅੰਦਰ ਬੈਠਾ ਹੈ, ਅਸੀਂ ਉਹਨਾਂ ਗੁਣਾਂ ਦੇ ਨਾਲ ਜੁੜਨਾ ਹੈ। ਤੇ ਯਾਦ ਰੱਖਣਾ, ਉਹ ਗੁਣ ਹੀ ਰੱਬ ਹੈ। ਉਹਨਾਂ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਉਹਨਾਂ ਗੁਣਾਂ ਵਿੱਚ ਆਪਣੀ ਸੁਰਤ ਨੂੰ ਮਿਲਾ ਦੇਣਾ ਹੀ ਰੱਬ ਦੇ ਅੰਦਰ ਮਿਲ ਜਾਣਾ ਹੈ। ਜਿਸ ਦਿਨ ਸਾਨੂੰ ਇਹ ਸਮਝ ਆ ਗਈ, ਇਹਦੇ ਤੇ ਅਮਲ ਕਰਨਾ ਸ਼ੁਰੂ ਕੀਤਾ, ਹਕੀਕਤ ਹੈ ਜ਼ਿੰਦਗੀ ਬਦਲ ਜਾਏਗੀ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਉਹਨੂੰ ਵੱਡਾ ਵੱਡਾ ਆਖਿਆ ਜਾਂਦਾ ਹੈ, ਪਰ ਕਿਹੜਾ ਵੱਡਾ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਗੱਲ ਨੂੰ ਉਹ ਪ੍ਰਭੂ ਆਪ ਹੀ ਜਾਣਦਾ ਹੈ। ਉਹਨੂੰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਅਨੰਤ ਹੈ, ਇਸ ਲਈ ਅਨੰਤ ਦੀ ਸੰਭਾਵਨਾ ਸਾਡੇ ਸਾਰਿਆਂ ਦੇ ਵਿੱਚ ਵੀ ਮੌਜੂਦ ਹੈ। ਅਗਲੀ ਪੌੜੀ ਵਿੱਚ ਹੁਣ ਬਚਨ ਕਰਦੇ ਨੇ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ। ਦੇਖੋ, ਸਾਲਾਹੀ ਦਾ ਮਤਲਬ ਸਲਾਹੁਣ ਯੋਗ, ਇਹਨੂੰ ਅਸੀਂ ਨਾਸਕੀ ਨਹੀਂ ਬੁਲਾਵਾਂਗੇ, ਬਿੰਦੀ ਨਹੀਂ ਬੁਲਾਵਾਂਗੇ, ਸਾਲਾਹੀ ਨਹੀਂ ਪੜਾਂਗੇ। ਜੇ ਅਸੀਂ ਇਹਨੂੰ ਪੜ੍ਹ ਦਈਏ ਨਾ ਸਾਲਾਹੀ, ਤਾਂ ਇਹਦਾ ਮੀਨਿੰਗ ਹੋ ਜਾਏਗਾ ਕਿ ਮੈਂ ਸਿਫਤ ਸਲਾਹ ਕਰਾਂ, ਫਸਟ ਪਰਸਨ ਦੀ ਗੱਲ ਹੋ ਜਾਏਗੀ, ਔਰ ਪ੍ਰੈਜ਼ੈਂਟ ਟੈਂਸ ਦੀ ਹੋ ਜਾਏਗੀ, ਵਰਤਮਾਨ ਦੀ ਗੱਲ ਹੋ ਜਾਏਗੀ। ਇੱਥੇ ਸਾਲਾਹੀ ਦਾ ਮਤਲਬ ਹੈ ਸਲਾਹੁਣ ਯੋਗ। ਸਾਲਾਹੇ, ਇਹ ਕਿਉਂਕਿ ਸਲਾਹਣਾ ਕਿਰਿਆਵਾਚੀ ਸ਼ਬਦ ਹੈ, ਤੇ ਕਿਰਿਆਵਾਚੀ ਸ਼ਬਦ ਦੇ ਹਾਹੇ ਨਾਲ ਸਿਹਾਰੀ ਲੱਗੀ ਹੋਈ ਹੈ। ਜਦੋਂ ਵੀ ਕਿਸੇ ਵਰਬ ਦੇ ਆਖਰੀ ਹਾਹੇ ਨਾਲ ਸਿਹਾਰੀ ਹੋਏ, ਹਾਹੇ ਦੇ ਨਾਲ, ਤਾਂ ਉਹ ਹਮੇਸ਼ਾ ਬਹੁਵਚਨੀ ਸ਼ਬਦ ਹੁੰਦਾ ਹੈ। ਇਸ ਲਈ ਇਹਦਾ ਉਚਾਰਨ ਬਿੰਦੀ ਅਨੁਸਾਰ ਹੋਏਗਾ ਸਾਲਾਹੇ। ਸਾਲਾਹੇ ਦਾ ਮਤਲਬ ਸਿਫਤ ਸਲਾਹ ਕਰਦੇ ਹਨ। ਸਾਲਾਹੀ ਸਾਲਾਹੇ, ਉਸ ਸਲਾਹੁਣ ਯੋਗ ਪ੍ਰਭੂ ਨੂੰ ਲੋਕ ਸਲਾਹੁੰਦੇ ਨੇ।
ਉਹਦੇ ਗੁਣ ਗਾਉਂਦੇ ਨੇ, ਅਨੰਤ ਲੋਕ ਉਹਦੇ ਗੁਣ ਗਾ ਰਹੇ ਨੇ, ਲੇਕਿਨ ਗੁਣ ਗਾਣ ਦੇ ਨਾਲ ਏਤੀ ਸੁਰਤ ਨਾ ਪਾਈਆ। ਸੁਰਤ ਦਾ ਮਤਲਬ ਸੂਝ ਸਮਝ, ਏਤੀ ਦਾ ਮਤਲਬ ਇੰਨੀ ਕੁ ਵੀ, ਉਹਨਾਂ ਨੂੰ ਇੰਨੀ ਕੁ ਵੀ ਸਮਝ ਨਹੀਂ ਪਈ ਕਿ ਰੱਬ ਕਿੱਡਾ ਵੱਡਾ ਹੈ, ਯਾਨੀ ਉਹਦੇ ਅੰਤ ਬਾਰੇ ਨਹੀਂ ਜਾਣਿਆ ਜਾ ਸਕਦਾ। ਉਹਦੀ ਸਿਫਤ ਕੀਤੀ ਜਾ ਸਕਦੀ ਹੈ, ਗੁਣ ਗਾਏ ਜਾ ਸਕਦੇ ਹਨ, ਉਹਦੀ ਰਜ਼ਾ ਦੇ ਅੰਦਰ ਤੁਰ ਕੇ ਅਨੰਤ ਵਿਕਾਸ ਕੀਤਾ ਜਾ ਸਕਦਾ ਹੈ, ਲੇਕਿਨ ਅੰਤ ਨਹੀਂ ਪਾਇਆ ਜਾ ਸਕਦਾ। ਅਨੰਤ ਲੋਕਾਂ ਨੇ ਕਥਿਆ ਹੈ ਉਹਨੂੰ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਹੀ ਲੋਕਾਂ ਨੇ ਕਰੋੜਾਂ ਕਰੋੜਾਂ ਵਾਰ ਉਸ ਪ੍ਰਭੂ ਨੂੰ ਕਥਨ ਕੀਤਾ, ਲੇਕਿਨ ਉਸ ਤੇ ਕਥਨ ਦਾ ਅੰਤ ਨਾ ਆਇਆ। ਇੰਨੀ ਕੋਈ ਉਹਨਾਂ ਨੂੰ ਸਮਝ ਨਹੀਂ ਪਈ, ਅੰਤ ਉਹਦਾ ਨਹੀਂ ਜਾਣਿਆ ਗਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਉਹਦੀ ਸਮਝ ਹੀ ਨਹੀਂ ਮੁਕੰਮਲ ਤੌਰ ਤੇ ਪੈਣੀ ਤੇ ਸਿਫਤ ਸਲਾਹ ਕਰਨ ਦੀ ਲੋੜ ਕੀ ਹੈ? ਪਹਿਲੀ ਗੱਲ। ਦੂਜੀ ਇਹ ਹੈ ਕਿ ਉਹਦੇ ਗੁਣ ਗਾਣ ਦਾ ਸਾਨੂੰ ਲਾਭ ਕੀ ਹੋਏਗਾ? ਜੇ ਮੈਂ ਵੀ, ਤੁਸੀਂ ਵੀ, ਸੰਸਾਰ ਦੇ ਹੋਰ ਲੋਕ ਵੀ ਉਸ ਪ੍ਰਭੂ ਦੇ ਗੁਣ ਗਾਣ ਤਾਂ ਉਹਦਾ ਲਾਭ ਕੀ ਹੋਏਗਾ? ਗੁਰੂ ਜੀ ਸਾਨੂੰ ਇੱਕ ਮਿਸਾਲ ਰਾਹੀਂ ਸਮਝਾ ਰਹੇ ਨੇ। ਕਹਿੰਦੇ ਹਨ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਐ। ਨਦੀਆਂ ਇੱਥੇ ਬਹੁਵਚਨੀ ਹੈ, ਇਸ ਲਈ ਬਿੰਦੀ ਲਗਾਵਾਂਗੇ। ਵਾਹ ਸ਼ਬਦ ਬਹੁਵਚਨੀ ਹੈ, ਜੇ ਵਾਹ ਦੇ ਹਾਹੇ ਥੱਲੇ ਔਂਕੜ ਹੁੰਦਾ ਤਾਂ ਇੱਕ ਵਚਨੀ ਸ਼ਬਦ ਹੋ ਸਕਦਾ ਸੀ। ਪਵਹਿ ਸ਼ਬਦ ਬਹੁਵਚਨੀ ਹੈ, ਜੋ ਕਿ ਪੈਣਾ ਕਿਰਿਆਵਾਚੀ ਸ਼ਬਦ ਹੈ, ਤੇ ਕਿਰਿਆਵਾਚੀ ਸ਼ਬਦ ਦੇ ਅਖੀਰਲੇ ਹਾਹੇ ਨਾਲ ਸਿਹਾਰੀ ਹੋਏ ਤਾਂ ਉਹ ਬਹੁਵਚਨੀ ਸ਼ਬਦ ਹੁੰਦੇ ਨੇ, ਉਹਦਾ ਉਚਾਰਨ ਬਿੰਦੀ ਸਹਿਤ ਹੋਏਗਾ। ਨਦੀਆਂ ਅਤੇ ਵਾਹ ਪਵੇਂ, ਨਦੀਆਂ ਅਤੇ ਵਾਹ ਇੱਥੇ ਵਿਸਰਾਮ ਲਗਾਵਾਂਗੇ, ਸੌਰੀ, ਨਦੀਆਂ ਅਤੇ ਵਾਹ ਇੱਥੇ ਵਿਸਰਾਮ ਲਗਾਵਾਂਗੇ। ਪਵੇਂ ਸਮੁੰਦ ਇੱਥੇ ਵਿਸਰਾਮ ਲਗਾਵਾਂਗੇ, ਨਾ ਜਾਣੀਐ। ਇਹਨੂੰ ਤਿੰਨਾਂ ਹਿੱਸਿਆਂ ਵਿੱਚ ਪੜਾਂਗੇ, ਨਦੀਆਂ ਅਤੇ ਵਾਹ ਪਵੇਂ ਸਮੁੰਦ ਨਾ ਜਾਣੀਐ। ਜੇ ਸਮੁੰਦ ਦੇ ਦੱਦੇ ਥੱਲੇ ਔਂਕੜ ਹੁੰਦਾ ਫਿਰ ਇੱਕ ਸਮੁੰਦਰ ਦੀ ਗੱਲ ਹੋਣੀ ਸੀ, ਸਮੁੰਦ ਦਾ ਦੱਦਾ ਮੁਕਤਾ ਹੁੰਦਾ, ਬਹੁਵਚਨੀ ਸ਼ਬਦ ਹੋਣਾ ਸੀ। ਪਰ ਇੱਥੇ ਸਮੁੰਦ ਦੇ ਦੱਦੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਸਮੁੰਦਰ ਵਿੱਚ। ਇਹਦਾ ਮੀਨਿੰਗ ਹੋ ਗਿਆ ਸਮੁੰਦਰ ਵਿੱਚ। ਨਦੀਆਂ ਅਤੇ ਵਾਹ, ਵਾਹ ਦਾ ਮਤਲਬ ਨਾਲੇ, ਦਰਿਆ। ਨਦੀਆਂ ਅਤੇ ਨਾਲੇ ਜਿਹੜੇ ਨੇ ਦਰਿਆ ਆਦਿਕ ਨੇ। ਭਾਵੇਂ ਸਮੁੰਦ ਸਮੁੰਦਰ ਵਿੱਚ ਪੈਂਦੇ ਹਨ, ਨਾ ਜਾਣੀਏ। ਪਰ ਪਹਿਲੀ ਗੱਲ, ਉਹ ਸਮੁੰਦਰ ਦਾ ਅੰਤ ਨਹੀਂ ਜਾਣਦੇ, ਤੇ ਦੂਜੀ ਗੱਲ ਇਹ ਹੈ ਕਿ ਜਦੋਂ ਉਹ ਸਮੁੰਦਰ ਵਿੱਚ ਪੈ ਜਾਂਦੇ ਨੇ ਨਾ, ਤਾਂ ਫਿਰ ਉਹਨਾਂ ਨੂੰ ਵੱਖਰਿਆ ਨਹੀਂ ਸਮਝਿਆ ਜਾ ਸਕਦਾ। ਕਿੰਨੇ ਦਰਿਆ ਸਮੁੰਦਰ ਵਿੱਚ ਗਿਰ ਰਹੇ ਨੇ, ਤੇ ਸਮੁੰਦਰ ਦਾ ਪਾਣੀ ਚੁੱਕ ਕੇ ਕੋਈ ਕਹਿ ਸਕਦਾ ਹੈ ਕਿ ਇਹ ਗੰਗਾ ਦਾ ਪਾਣੀ ਹੈ, ਜਮਨਾ ਦਾ ਹੈ, ਰਾਵੀ ਦਾ ਹੈ, ਸਤਲੁਜ ਦਾ ਹੈ, ਬਿਆਸ ਦਾ ਹੈ, ਜਾਂ ਕਿਸੇ ਹੋਰ ਦਰਿਆ ਦਾ ਪਾਣੀ? ਸਾਰੇ ਇੱਕ ਹੋ ਜਾਂਦੇ ਨੇ ਨਾ, ਉਹਨਾਂ ਨੂੰ ਵੱਖਰਿਆਂ ਵੱਖਰਿਆਂ ਨਹੀਂ ਜਾਣਿਆ ਜਾਂਦਾ। ਤਾਂ ਰੱਬ ਦੀ ਸਿਫਤ ਸਲਾਹ ਕਰਨ ਦਾ ਲਾਭ ਇਹ ਹੁੰਦਾ ਹੈ ਕਿ ਜੋ ਰੱਬ ਦੀ ਸਿਫਤ ਸਲਾਹ ਕਰਦਾ ਹੈ ਨਾ, ਉਹ ਰੱਬ ਦੇ ਵਿੱਚ ਮਿਲ ਜਾਂਦਾ ਹੈ, ਰੱਬ ਵਰਗਾ ਹੋ ਜਾਂਦਾ ਹੈ। ਪਰ ਰੱਬ ਦੇ ਅੰਤ ਨੂੰ ਨਹੀਂ ਜਾਣ ਸਕਦਾ, ਫਿਰ ਵੀ ਨਹੀਂ ਜਾਣ ਸਕਦਾ, ਕਿਉਂਕਿ ਹੁਣ ਵੱਖਰਾ ਰਿਹਾ ਨਹੀਂ। ਇਹ ਮਿਸਾਲ ਮੈਂ ਪਿਛਲੀ ਕਲਾਸ ਵਿੱਚ ਆਪ ਦੇ ਨਾਲ ਸਾਂਝੀ ਕੀਤੀ ਸੀ ਕਿ ਜਿਵੇਂ ਸਮੁੰਦਰ ਦੇ ਵਿੱਚ ਉਂਗਲੀ ਡਬੋਈਏ, ਸਾਡੀ ਉਂਗਲੀ ਦੇ ਨਾਲ ਇੱਕ ਬੂੰਦ ਲੱਗ ਜਾਏਗੀ ਨਾ ਪਾਣੀ, ਤੇ ਉਹ ਬੂੰਦ ਅਸੀਂ ਤਲੀ ਤੇ ਧਰ ਲਈਏ, ਤੇ ਉਸ ਬੂੰਦ ਤੋਂ ਪੁੱਛੀਏ ਕਿ ਇਹ ਬੂੰਦ ਤੂੰ ਸਮੁੰਦਰ ਦਾ ਹਿੱਸਾ ਹੈ, ਹੁਣੇ ਹੁਣੇ ਸਮੁੰਦਰ ਚੋਂ ਬਾਹਰ ਆਈ ਹੈ, ਸਾਨੂੰ ਸਮੁੰਦਰ ਬਾਰੇ ਖਬਰ ਦੇ ਕਿ ਸਮੁੰਦਰ ਕਿੱਡਾ ਵੱਡਾ ਹੈ, ਸਮੁੰਦਰ ਵਿੱਚ ਕਿੰਨੀਆਂ ਕੁ ਪਦਾਰਥ ਨੇ, ਕਿੱਥੇ ਕਿੱਥੇ ਸਮੁੰਦਰ ਵਿੱਚ ਤੇਲ ਦੀ ਸੰਭਾਵਨਾ ਹੈ, ਕਿੱਥੇ ਕਿੱਥੇ ਹੋਰ ਚੀਜ਼ਾਂ ਨੇ, ਕਿਤੇ ਹੀਰੇ ਜਵਾਹਰਾਤ ਨੇ, ਸਮੁੰਦਰ ਦੇ ਵਿੱਚ ਕਿੰਨੀਆਂ ਦਾਤਾਂ ਨੇ, ਕਿੰਨੀਆਂ ਮੱਛੀਆਂ ਨੇ, ਕਿੰਨੇ ਜੀਵ ਜੰਤ ਨੇ, ਸਾਨੂੰ ਇਹਦੇ ਬਾਰੇ ਖਬਰ ਦੇ ਕਿੰਨਾ ਪਾਣੀ ਹੈ। ਤਾਂ ਬੂੰਦ ਜਿਹੜੀ ਖਬਰ ਦੇਵੇਗੀ ਨਾ, ਉਹ ਇੰਨੀ ਕੁ ਹੋਏਗੀ, ਕਿਉਂਕਿ ਉਹਦੀ ਸਮਰੱਥਾ ਹੀ ਇੰਨੀ ਕਿ ਨਾ, ਇੰਨਾ ਕੁ ਦੱਸ ਸਕੇ ਕਿ ਇਸ ਤੋਂ ਜ਼ਿਆਦਾ ਨਹੀਂ। ਹੁਣ ਇਸੇ ਤਰ੍ਹਾਂ ਮੈਂ ਵੀ ਔਰ ਤੁਸੀਂ ਵੀ ਸੰਸਾਰ ਦੀ ਇੱਕ ਬੂੰਦ ਹਨ, ਤਾਂ ਮੈਂ ਕਿੰਨਾ ਕੁ ਦੱਸ ਸਕਾਂਗਾ? ਜੋ ਮੈਂ ਗੁਰਬਾਣੀ ਬਾਰੇ ਕਹਿ ਰਿਹਾ ਹਾਂ, ਕਿੰਨਾ ਕੁ ਦੱਸਾਂਗਾ? ਸਮਗਰ ਨਹੀਂ, ਜਿੰਨੀ ਕੁ ਮੇਰੀ ਮੱਤ ਹੈ, ਬੂੰਦ ਜਿੰਨਾ।
ਜਿੰਨਾ ਕੁ ਤੁਹਾਨੂੰ ਪਤਾ ਹੈ ਤੁਸੀਂ ਬਿਆਨ ਕਰੋਗੇ, ਜਿੰਨਾ ਤੀਜੇ ਨੂੰ ਪਤਾ ਹੈ ਉਹਨਾਂ ਕੀ ਬਿਆਨ ਕਰ ਪਾਵਾਂਗੇ, ਇਸ ਤੋਂ ਜ਼ਿਆਦਾ ਨਹੀਂ ਨਾ। ਜਿੰਨੀ ਮੱਤ ਹੈ ਕਿਸੇ ਦੀ, ਜਿੰਨਾ ਕਿਸੇ ਦੇ ਕੋਲ ਗਿਆਨ ਹੈ, ਜਿੰਨੀ ਕਿਸੇ ਦੀ ਖੋਜ ਹੈ, ਉਹਨਾਂ ਬਿਆਨ ਕਰ ਸਕੇਗਾ, ਇਸ ਤੋਂ ਜ਼ਿਆਦਾ ਨਹੀਂ। ਦੂਜੀ ਗੱਲ, ਜੇ ਉਸ ਬੂੰਦ ਨੂੰ ਸਮੁੰਦਰ ਦੇ ਵਿੱਚ ਸੁੱਟ ਦੇਈਏ, ਹੁਣ ਉਹ ਬੂੰਦ ਸਮੁੰਦਰ ਵਿੱਚ ਮਿਲ ਗਈ, ਸਮੁੰਦਰ ਜਿੱਡੀ ਵੱਡੀ ਹੋ ਗਈ, ਤੇ ਹੁਣ ਅਸੀਂ ਕਿਨਾਰੇ ਤੇ ਖਲੋ ਕੇ ਆਵਾਜ਼ ਮਾਰੀਏ ਕਿ ਇਹ ਬੂੰਦ ਹੁਣ ਸਾਨੂੰ ਦੱਸ ਵੀ ਸਮੁੰਦਰ ਕਿੰਨਾ ਵੱਡਾ ਹੈ, ਕਿਉਂਕਿ ਤੂੰ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਗਈ ਹੈ, ਹੁਣ ਤੇ ਦੱਸ ਸਮੁੰਦਰ ਕਿੰਨਾ ਵੱਡਾ ਹੈ। ਫਿਰ ਤੁਹਾਨੂੰ ਆਵਾਜ਼ ਨਹੀਂ ਆਏਗੀ, ਕਿਉਂਕਿ ਹੁਣ ਬੂੰਦ ਨਹੀਂ ਰਹੀ। ਹੁਣ ਬੂੰਦ ਹੀ ਨਹੀਂ ਰਹੀ ਤੇ ਹੁਣ ਬੋਲੇਗੀ ਨਹੀਂ ਨਾ। ਜਦੋਂ ਤੱਕ ਬੋਲ ਰਹੀ ਸੀ ਉਦੋਂ ਤੱਕ ਬੂੰਦ ਸੀ, ਤੇ ਜਿਹੜਾ ਬੋਲਦੀ ਸੀ ਇੰਨਾ ਕੁ ਦੱਸਦੀ ਸੀ। ਹੁਣ ਸਮੁੰਦਰ ਵਿੱਚ ਮਿਲ ਗਈ ਤਾਂ ਹੁਣ ਆਵਾਜ਼ ਨਹੀਂ ਆ ਰਹੀ, ਕਿਉਂਕਿ ਹੁਣ ਬੂੰਦ ਨਹੀਂ, ਤਾਂ ਬੂੰਦ ਦੋਵਾਂ ਹਾਲਾਤਾਂ ਵਿੱਚ ਇਸ ਸਮੁੰਦਰ ਬਾਰੇ ਕੁਝ ਦੱਸ ਨਹੀਂ ਪਾਏਗੀ। ਬਾਣੀ ਵਿੱਚ ਨਾ ਇੱਕ ਬੜਾ ਪਿਆਰਾ ਬਚਨ ਆਇਆ ਹੈ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਰੱਬ ਦੂਰ ਹੈ। ਜਲ ਕੀ ਮਾਛਲੀ ਚਰੇ ਖਜੂਰ, ਭਗਤ ਨਾਮਦੇਵ ਜੀ ਕਹਿੰਦੇ ਨੇ ਇਹ ਤੇ ਇੰਜ ਜਿਵੇਂ ਪਾਣੀ ਦੀ ਮੱਛੀ ਖਜੂਰ ਤੇ ਚੜਨ ਦੀਆਂ ਗੱਲਾਂ ਕਰੇ। ਪਾਣੀ ਦੀ ਮੱਛੀ, ਜਲ ਜੰਤੂ ਖਜੂਰ ਦੇ ਉੱਤੇ ਚੜਨਾ ਚਾਹੇ ਤਾਂ ਇਹ ਗੱਲ ਗਲਤ ਹੋਏਗੀ। ਜਿਹੜਾ ਕਹਿ ਰਹੇ ਨਾ ਨੇੜੇ ਹੈ ਬਿਨਾਂ ਜਾਣਨ ਤੋਂ, ਉਹ ਵੀ ਗਲਤ ਹੈ, ਤੇ ਜਿਹੜਾ ਬਿਨਾਂ ਜਾਣਨ ਤੋਂ ਕਹਿ ਰਿਹਾ ਹੈ ਉਹ ਵੀ ਗਲਤ ਹੈ। ਦੋਵੇਂ ਹੀ ਗਲਤ। ਬਿਨਾਂ ਜਾਣਨ ਤੋਂ ਕਿਵੇਂ ਹੈ, ਇਹ ਚੀਜ਼ ਸਮਝਣ ਵਾਲੀ ਹੈ ਵੀ ਦੋਵੇਂ ਗਲਤ ਕਿਵੇਂ। ਮੰਨ ਲਓ ਅਸੀਂ ਸਮੁੰਦਰ ਦੇ ਕਿਨਾਰੇ ਤੇ ਜਾਂਦੇ ਹਾਂ, ਤੇ ਮੈਂ ਸਮੁੰਦਰ ਦੇ ਕਿਨਾਰੇ ਤੇ ਖੜਾ ਹਾਂ ਤੇ ਮੈਂ ਕਹਿੰਦਾ ਹਾਂ ਸਮੁੰਦਰ ਦਾ ਪਾਣੀ ਅਥਾਹ ਹੈ, ਇਹਦੀ ਗਹਿਰਾਈ ਨਾਪੀ ਨਹੀਂ ਜਾ ਸਕਦੀ। ਤੇ ਨਾਲ ਮੇਰੇ ਤੋਂ ਕੋਈ ਪੁੱਛੇ ਵੀ ਭਾਈ ਜੀ ਤੁਸੀਂ ਸਮੁੰਦਰ ਵਿੱਚ ਵੜੇ ਹੋ, ਕੋਈ ਡੁਬਕੀ ਲਗਾਈ ਹੈ, ਮੈਂ ਕਹਾਂ ਨਾ, ਫਿਰ ਝੂਠ ਹੀ ਹੋ ਗਿਆ ਨਾ, ਕਿਉਂਕਿ ਮੈਂ ਵੜਿਆ ਹੀ ਨਹੀਂ, ਸਮੁੰਦਰ ਵਿੱਚ ਡੁਬਕੀ ਲਗਾਈ ਹੀ ਨਹੀਂ। ਬਿਨਾਂ ਡੁਬਕੀ ਲਗਾਉਣ ਤੋਂ ਕਹਿਣਾ ਕਿ ਸਮੁੰਦਰ ਅਥਾਹ ਹੈ, ਇਹ ਗਲਤ ਹੈ। ਕਿ ਭਲਿਆ ਤੂੰ ਡੁਬਕੀ ਲਗਾ, ਕੀ ਪਤਾ ਤੈਨੂੰ ਥੱਲੇ ਥਾਂ ਮਿਲ ਹੀ ਜਾਏ, ਉਹਦਾ ਕਿਨਾਰਾ ਮਿਲ ਜਾਏ। ਬਿਨਾਂ ਡੁਬਕੀ ਲਗਾਉਣ ਤੋਂ ਕਹਿਣਾ ਗਲਤ ਹੈ। ਦੂਜਾ ਬੰਦਾ ਹੈ, ਉਸਨੇ ਸਮੁੰਦਰ ਵਿੱਚ ਡੁਬਕੀ ਲਗਾਈ, ਮੰਨ ਲਓ ਕਿ ਉਹ 20 ਮੀਟਰ ਥੱਲੇ ਗਿਆ, ਸਪੋਜ਼ 20 ਮੀਟਰ ਥੱਲੇ ਗਿਆ, ਤੇ 20 ਮੀਟਰ ਥੱਲੇ ਜਾ ਕੇ ਬਾਹਰ ਆ ਕੇ ਕਵੇ ਕਿ ਸਮੁੰਦਰ ਅਥਾਹ ਹੈ, ਉਹ ਵੀ ਗਲਤ ਹੈ। ਹੁਣ ਤੁਸੀਂ ਕਹੋਗੇ ਵੀ ਉਹ ਗਲਤ ਕਿਉਂ ਹੈ? ਉਹ ਤੋਂ ਪੁੱਛੋ ਵੀ ਕਿੰਨਾ ਗਿਆ ਹੈ ਥੱਲੇ, ਉਹ ਕਵੇ 20 ਮੀਟਰ, ਤਾਂ ਉਹਨੂੰ ਕੋਈ ਯਾਰ 2 ਮੀਟਰ ਹੋਰ ਥੱਲੇ ਜਾਂਦਾ, ਕੀ ਪਤਾ ਥੱਲੇ ਤੈਨੂੰ ਅਥਾਹ ਮਿਲ ਜਾਂਦਾ। 20 ਮੀਟਰ ਜਾ ਕੇ ਜੇ ਕੋਈ ਕਹਿੰਦਾ ਕਿ ਅਥਾਹ ਹੈ ਤਾਂ ਗਲਤ ਹੈ। ਉਹਨੂੰ ਕਹਿਣਾ ਚਾਹੀਦਾ ਹੈ ਕਿ ਮੈਂ 20 ਮੀਟਰ ਤੱਕ ਗਿਆ, ਬਈ 20 ਮੀਟਰ ਤੱਕ ਤੇ ਹੈ ਨਹੀਂ, ਉਹਦਾ ਪੈਂਦਾ ਤੇ ਥੱਲੇ ਦਾ ਮੈਨੂੰ ਪਤਾ ਨਹੀਂ। ਤਾਂ ਬਿਨਾਂ ਜਾਣਨ ਤੋਂ ਨੇੜੇ, ਬਿਨਾਂ ਜਾਣਨ ਤੋਂ ਦੂਰ, ਇਹ ਸਾਰਾ ਕੁਝ ਵਿਅਰਥ ਹੋ ਜਾਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਨਾ, ਆਪਣੀ ਈਗੋ ਨੂੰ ਗਵਾ ਕੇ, ਉਹ ਰੱਬ ਦੇ ਵਿੱਚ ਮਿਲ ਕੇ ਰੱਬ ਵਰਗਾ ਹੀ ਹੋ ਜਾਂਦਾ। ਤਾਂ ਸਾਨੂੰ ਹੁਣ ਉਹਨੂੰ ਵੱਡਾ ਕਹਿਣ ਦਾ ਜਾਂ ਸਿਫਤ ਸਲਾਹ ਕਹਿਣ ਦਾ ਲਾਭ ਕੀ ਹੋਵੇਗਾ ਕਿ ਅਸੀਂ ਆਪ ਰੱਬ ਵਰਗੇ ਹੋ ਜਾਵਾਂਗੇ। ਇਹ ਸੰਭਾਵਨਾ ਸਾਰਿਆਂ ਦੇ ਅੰਦਰ, ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ। ਇੱਕ ਬੂੰਦ ਸਮੁੰਦਰ ਹੋ ਸਕਦੀ ਹੈ, ਇੱਕ ਬੀਜ ਰੁੱਖ ਬਣ ਸਕਦਾ ਹੈ, ਇੱਕ ਜੀਵ ਮਨੁੱਖ ਜਿਹੜਾ ਹੈ ਉਹ ਰੱਬ ਵਰਗਾ ਹੋ ਸਕਦਾ ਹੈ। ਫਿਰ ਉਹ ਵੱਖਰਾ ਨਹੀਂ ਜਾਣਿਆ ਜਾਂਦਾ। ਜਿਨ ਜਾਤਾ ਸੋ ਤਿਸ ਹੀ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਸਚਿਆਰ ਹੋ ਜਾਏਗਾ। ਤੇ ਉਹਦੇ ਵਾਸਤੇ ਸਾਧਨ ਕੀ ਹੈ ਜੀ? ਉਹਦੇ ਵਾਸਤੇ ਸਾਧਨ ਤਾਂ ਇੱਕੋ ਹੀ ਹੈ, ਹੁਕਮ ਰਜ਼ਾਈ ਚੱਲਣਾ, ਹੁਕਮ ਦੇ ਵਿੱਚ ਤੁਰਨਾ, ਗੁਣ ਗਾਣੇ, ਗੁਣਾਂ ਅਨੁਸਾਰ ਜ਼ਿੰਦਗੀ ਜੀਣੀ, ਲਾ ਆਫ ਨੇਚਰ ਨੂੰ ਸਮਝਣਾ ਔਰ ਲਾ ਆਫ ਨੇਚਰ ਮੁਤਾਬਕ ਜ਼ਿੰਦਗੀ ਬਿਤਾਉਣ ਦਾ ਯਤਨ ਕਰਨਾ। ਹੁਣ ਅਗਲਾ ਬਚਨ ਕਰਦੇ ਨੇ ਸਮੁੰਦ ਸ਼ਾਹ ਸੁਲਤਾਨ। ਦੇਖੋ ਉਤਲਾ ਜੋ ਸਮੁੰਦ ਸੀ ਨਾ, ਉਹਦੇ ਦੱਦੇ ਨਾਲ ਸਿਹਾਰੀ ਸੀ, ਤੇ ਇੱਥੇ ਸਮੁੰਦ ਦਾ ਦੱਦਾ ਮੁਕਤਾ ਹੈ, ਸ਼ਾਹ ਦਾ ਹਾਹਾ ਵੀ ਮੁਕਤਾ ਹੈ। ਜੇ ਸ਼ਾਹ ਦੇ ਹਾਹੇ ਥੱਲੇ ਔਂਕੜ ਹੁੰਦਾ ਤਾਂ ਇੱਕ ਸ਼ਾਹ ਦੀ ਗੱਲ ਹੋਣੀ ਸੀ, ਇੱਕ ਸ਼ਾਹੂਕਾਰ ਦੀ। ਇੱਥੇ ਬਹੁਵਚਨੀ ਸ਼ਬਦ ਹੈ ਤੇ ਇਹਨੂੰ ਸਾਹ ਨਹੀਂ ਪੜਨਾ। ਜੇ ਅਸੀਂ ਸਾਹ ਪੜਾਂਗੇ ਨਾ
ਤਾਂ ਸਾਹ ਦਾ ਅਰਥ ਹੋ ਜਾਏਗਾ ਸਾਡੇ ਸਵਾਸ ਜੋ ਅਸੀਂ ਲੈ ਰਹੇ ਹਾਂ। ਇੱਥੇ ਸ਼ਾਹੂਕਾਰ ਦੀ ਗੱਲ ਹੈ, ਬਾਦਸ਼ਾਹ ਦੀ ਗੱਲ ਹੈ। ਸ਼ਾਹ ਸੁਲਤਾਨ ਦੇ ਨੰਨੇ ਥੱਲੇ ਔਂਕੜ ਹੁੰਦਾ ਤਾਂ ਇੱਕ ਸੁਲਤਾਨ ਦੀ ਗੱਲ ਹੋਣੀ ਸੀ, ਪਰ ਇੱਥੇ ਸੁਲਤਾਨ ਦਾ ਨੰਨਾ ਵੀ ਮੁਕਤਾ ਹੈ। ਇਹਦਾ ਮਤਲਬ ਬਹੁਤੇ ਸੁਲਤਾਨ, ਬਹੁਤੇ ਬਾਦਸ਼ਾਹ। ਸਮੁੰਦ ਸ਼ਾਹ ਸੁਲਤਾਨ ਦਾ ਮਤਲਬ ਹੈ ਸਮੁੰਦਰਾਂ ਦੇ ਮਾਲਕ, ਜਿਨ੍ਹਾਂ ਦੀ ਬਾਦਸ਼ਾਹੀ ਦੇ ਅੰਦਰ ਸਮੁੰਦਰ ਵੀ ਹੋਣ। ਗਿਰਹਾ ਸੇਤੀ ਮਾਲ ਧਨ, ਇੱਥੇ ਸ਼ਬਦ ਲਿਖਿਆ ਹੈ ਗਿਰਹਾ। ਗਿਰ ਦਾ ਮਤਲਬ ਹੁੰਦਾ ਹੈ ਪਹਾੜ, ਤੇ ਇੱਥੇ ਹਾਹੇ ਨਾਲ ਬਿੰਦੀ ਲਗਾ ਕੇ ਬੋਲਾਂਗੇ ਗਿਰਹਾਂ। ਗਿਰਹਾਂ ਦਾ ਮਤਲਬ ਪਹਾੜਾਂ, ਬਹੁਵਚਨੀ ਸ਼ਬਦ ਹੈ ਗਿਰਹਾਂ, ਪਹਾੜਾਂ। ਸੇਤੀ ਦਾ ਮਤਲਬ ਜਿੰਨਾ, ਮਾਲ ਧਨ ਦਾ ਮਤਲਬ ਧਨ ਮਾਲ ਪਦਾਰਥ। ਜੇ ਕੋਈ ਸਮੁੰਦਰਾਂ ਦਾ ਬਾਦਸ਼ਾਹ ਹੋਵੇ ਔਰ ਉਹਦੇ ਕੋਲ ਪਹਾੜਾਂ ਜਿੰਨਾ ਢੇਰ ਮਾਲ ਧਨ ਦਾ ਲੱਗਾ ਹੋਵੇ, ਪਹਾੜਾਂ ਜਿੰਨਾ ਸੋਨਾ ਚਾਂਦੀ ਅਣਗਿਣਤ ਪਿਆ ਹੋਵੇ, ਸੋਨੇ ਚਾਂਦੀ ਦੇ ਸਿੱਕੇ ਪਏ ਹੋਣ, ਮਾਲ ਧਨ ਪਹਾੜਾਂ ਜਿੰਨਾ ਹੋਵੇ, ਮਤਲਬ ਅਨੰਤ ਵੱਡੀ ਬਾਦਸ਼ਾਹੀ ਹੋਵੇ, ਜਿਹਦੀ ਬਾਦਸ਼ਾਹੀ ਦੇ ਵਿੱਚ ਸਮੁੰਦਰ ਵੀ ਆਉਂਦੇ ਹੋਣ, ਔਰ ਇੰਨੇ ਵੱਡੇ ਬਾਦਸ਼ਾਹ ਹੋਣ ਕਿ ਜਿਨ੍ਹਾਂ ਦੇ ਕੋਲ ਪਹਾੜਾਂ ਜਿੰਨਾ ਮਾਲ ਧਨ ਪਿਆ ਹੋਵੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੀੜੀ ਤੁਲ ਨਾ ਹੋਵਨੀ। ਉਹ ਸਾਰੇ ਬਾਦਸ਼ਾਹ ਇੱਕ ਨਿੱਕੀ ਜਿਹੀ ਕੀੜੀ ਦੇ ਬਰਾਬਰ ਵੀ ਨਹੀਂ ਹਨ। ਜੇ ਇਸ ਮਨੋਂ ਨਾ ਵਿਸਰਹਿ, ਹੁਣ ਦੇਖੋ ਜੇ ਪੜਾਂਗੇ ਨਾ ਵਿਸਰਹਿ ਤਾਂ ਇਹਦਾ ਜਿਹੜਾ ਹੈ ਥਰਡ ਪਰਸਨ ਦੇ ਨਾਲ ਸੰਬੰਧ ਹੋ ਜਾਏਗਾ, ਤੇ ਜੇ ਵਿਸਰਹਿ ਬਿੰਦੀ ਲਗਾ ਕੇ ਪੜਾਂਗੇ ਤਾਂ ਸੈਕੰਡ ਪਰਸਨ ਦੀ ਗੱਲ ਹੋਏਗੀ। ਵਿਸਰਹਿ ਦਾ ਮਤਲਬ ਜੇ ਤੂੰ ਨਾ ਵਿਸਰੈ, ਕੀੜੀ ਤੁਲ ਨਾ ਹੋਵਨੀ, ਕਿ ਉਸ ਕੀੜੀ ਦੇ ਬਰਾਬਰ ਵੀ ਨਹੀਂ ਹਨ। ਜੇ ਉਸ ਕੀੜੀ ਦੇ ਮਨ ਚੋਂ ਹੈ ਪ੍ਰਭੂ ਤੂੰ ਨਾ ਭੁੱਲੇ। ਕੀੜੀ ਦਾ ਮਤਲਬ ਮਾਮੂਲੀ ਜਿਹਾ ਇਨਸਾਨ, ਗਰੀਬ ਇਨਸਾਨ, ਜਿਹਨੂੰ ਦੁਨਿਆਵੀ ਤੌਰ ਤੇ ਅਸੀਂ ਗਰੀਬ ਕਹਿੰਦੇ ਹਾਂ, ਜਿਹਨੂੰ ਅਸੀਂ ਮਾਮੂਲੀ ਜਿਹਾ ਬੰਦਾ ਕਹਿ ਦਿੰਦੇ। ਜੇ ਉਹਦੇ ਮਨ ਚੋਂ ਤੂੰ ਨਹੀਂ ਵਿਸਰਦਾ, ਜੇ ਉਹ ਤੇਰੇ ਲਾ ਆਫ ਨੇਚਰ ਮੁਤਾਬਕ ਜ਼ਿੰਦਗੀ ਜੀ ਰਿਹਾ ਹੈ, ਜੇ ਉਸਦੀ ਮਾਨਸਿਕਤਾ ਦੇ ਅੰਦਰ ਸ਼ੁਭ ਗੁਣ ਨੇ, ਜੇ ਉਸਦਾ ਆਚਰਨ ਬੜਾ ਉੱਚਾ ਹੈ, ਜਿਸ ਦੇ ਅੰਦਰ ਪਰ ਉਪਕਾਰ ਦੀ ਭਾਵਨਾ ਹੈ, ਜੋ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਸਤਿਕਾਰ ਕਰਦਾ ਹੈ, ਜੇ ਉਸ ਮਨੁੱਖ ਦੀ ਜ਼ਿੰਦਗੀ ਐਸੀ ਹੈ ਤਾਂ ਉਹਦੀ ਬਰਾਬਰੀ ਵੱਡੇ ਵੱਡੇ ਬਾਦਸ਼ਾਹ ਵੀ ਨਹੀਂ ਕਰ ਸਕਦੇ, ਜਿਨ੍ਹਾਂ ਦਾ ਸਮੁੰਦਰਾਂ ਤੱਕ ਬਾਦਸ਼ਾਹੀ ਹੈ, ਜਿਨ੍ਹਾਂ ਦੇ ਕੋਲ ਪਹਾੜਾਂ ਜਿੰਨਾ ਮਾਲ ਔਰ ਧਨ ਹੈ। ਹੁਣ ਇੱਥੋਂ ਨਾ ਸਾਨੂੰ ਇੱਕ ਬਹੁਤ ਮਹਾਨ ਦਾਤ ਮਿਲ ਰਹੀ ਹੈ ਜ਼ਿੰਦਗੀ ਜੀਣ ਲਈ, ਕਿ ਦੁਨੀਆ ਦੇ ਅੰਦਰ ਸੁਖੀ ਔਰ ਸ਼ਾਂਤ ਹੋਣ ਲਈ, ਮਹਾਨ ਹੋਣ ਵਾਸਤੇ ਕੇਵਲ ਪੈਸਾ ਹੀ ਜ਼ਰੂਰੀ ਨਹੀਂ ਹੈ। ਮੇਰਾ ਕਹਿਣ ਦਾ ਕਦਾਚਿਤ ਇਹ ਭਾਵ ਨਹੀਂ ਕਿ ਪੈਸਾ ਨਹੀਂ ਚਾਹੀਦਾ। ਪੈਸਾ ਹਰ ਬੰਦੇ ਨੂੰ ਚਾਹੀਦਾ ਹੈ, ਮੈਨੂੰ ਵੀ ਚਾਹੀਦਾ ਹੈ, ਤੁਹਾਨੂੰ ਵੀ ਚਾਹੀਦਾ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਇਹ ਜ਼ਿੰਦਗੀ ਚੱਲ ਨਹੀਂ ਸਕਦੀ। ਜਿਹੜੇ ਕਹਿੰਦੇ ਨੇ ਨਾ ਪੈਸੇ ਦਾ ਤਿਆਗ ਕਰੋ ਜਾਂ ਅਸੀਂ ਮਾਇਆ ਦੇ ਤਿਆਗੀ ਹਾਂ, ਉਹ ਸਭ ਝੂਠ ਹੈ, ਫਰੇਬ ਹੈ। ਮਾਇਆ ਤੋਂ ਬਿਨਾਂ, ਪੈਸੇ ਤੋਂ ਬਿਨਾਂ ਕੰਮ ਜਿਹੜਾ ਚੱਲਦਾ ਨਹੀਂ। ਗੁਰਦੇਵ ਨੇ ਪਾਵਨ ਬਾਣੀ ਵਿੱਚ ਬੜੇ ਪਿਆਰੇ ਬਚਨ ਕਹੇ ਨੇ, ਕਹਿਣ ਲੱਗੇ ਗ੍ਰਹਿ ਸ਼ੋਭਾ ਜਾ ਕੇ ਰੇ ਨਾ ਹੈ, ਜਿਸ ਦੇ ਘਰ ਵਿੱਚ ਮਾਇਆ ਨਹੀਂ, ਪੈਸਾ ਨਹੀਂ। ਆਵਤ ਪਹੀਆ ਖੁਦ ਹੀ ਜਾਹੇ, ਉਹਦੇ ਘਰ ਵਿੱਚ ਜੇ ਕੋਈ ਮਹਿਮਾਨ ਮੁਸਾਫਿਰ ਆਉਂਦਾ ਹੈ ਤਾਂ ਉਹ ਭੁੱਖਾ ਜਾਏਗਾ। ਦੇਖੋ ਮੰਨ ਲਓ ਤੁਸੀਂ ਮੇਰੇ ਘਰ ਵਿੱਚ ਆਉਂਦੇ ਹੋ ਮਿਲਣ ਵਾਸਤੇ, ਤਾਂ ਤੁਹਾਨੂੰ ਪੈਸਾ ਚਾਹੀਦਾ ਹੈ। ਜੇ ਆਪਣੀ ਕਾਰ ਤੇ ਆਓਗੇ ਤਾਂ ਵੀ ਪੈਟਰੋਲ ਪਾਉਣਾ ਪੈਣਾ ਹੈ, ਜੇ ਬੱਸ ਗੱਡੀ ਤੇ ਆਓਗੇ ਤਾਂ ਕਿਰਾਇਆ ਦੇਣਾ ਪੈਣਾ ਹੈ। ਪੈਸਾ ਚਾਹੀਦਾ ਨਾ ਮਿਲਣ ਵਰਤਣ ਵਾਸਤੇ। ਤੇ ਜੇ ਮੇਰੇ ਘਰ ਵਿੱਚ ਤੁਸੀਂ ਆਓਗੇ ਤਾਂ ਤੁਹਾਡੇ ਨਾਲ ਮਿਲ ਵਰਤਣ ਵਾਸਤੇ ਮੇਰੇ ਕੋਲ ਵੀ ਪੈਸਾ ਚਾਹੀਦਾ ਹੈ। ਜੇ ਜ਼ਿਆਦਾ ਨਹੀਂ ਤੇ ਚਾਹ ਦਾ ਕੱਪ ਤੇ ਪਿਆਣਾ ਚਾਹੀਦਾ ਨਾ, ਨਾਲ ਕੋਈ 2 ਬਿਸਕੁਟ। ਚਲੋ ਜੇ ਨਾ ਵੀ ਚਾਹ ਬਿਸਕੁਟ, ਗ੍ਰੀਨ ਟੀ ਵੀ ਦੇਵਾਂ ਤਾਂ ਗ੍ਰੀਨ ਟੀ ਦੇਣ ਦੇ 2-3 ਫਾਇਦੇ ਹੋ ਜਾਂਦੇ ਨੇ, ਥੋੜਾ ਚਲੋ ਹਾਸਾ ਵੀ ਹੋ ਜਾਏਗਾ। ਗ੍ਰੀਨ ਟੀ ਦੇਣ ਨਾਲ ਇੱਕ ਤੇ ਖੰਡ ਬਚ ਜਾਂਦੀ ਹੈ, ਗ੍ਰੀਨ ਟੀ ਦੇ ਨਾਲ ਇੱਕ ਬਿਸਕਿਟ ਨਹੀਂ ਦੇਣੇ ਪੈਂਦੇ। ਤੇ ਜਿਹੜੇ ਮਹਿਮਾਨ ਨੂੰ ਗ੍ਰੀਨ ਟੀ ਦੇ ਦੋ, ਅਗਲੀ ਵਾਰ ਕਈ ਵਾਰੀ ਉਹ ਆਉਂਦਾ ਵੀ ਨਹੀਂ ਵੀ ਚੱਲ ਕੀ ਜਾਣਾ।
पर ग्रीन टी देने लिए भी पैसे तो चाहिए ने। जे चाह भी ना तुहानू मिली, प्रशादा भी ना मिलिया, फिर की होएगा? ग्रह शोभा जाके रे ना है। गुरु जी कहते ने जिहदे घर विच धन नहीं, आवत पहिया खूदे जाहे। जेड़ा ओहदे घर मेहमान आएगा उन्हें भुखे जाना पेगा, क्योंकि ओहदे कोल बेचारे कोल है नहीं लंगर प्रशाद। वाके अंतर नहीं संतोख। मैनू खुशी नहीं होएगी कि मेरी कोई भैन, मेरा कोई वीर मेरे घर आया तो मैं यार उन्हें चाह भी नहीं पिया सकिया। वाके अंतर नहीं संतोख, खुशी नहीं होएगी मैनू। बिन सुहागन लागे दोख, ते तुसी जांदे राह दे विच 6 गालां कड्डोगे गैसां ते ओह बदतमीज ने चाह दा कप भी नहीं पिया। दोष लग्या ना कि ओहदे कोल जाइए तो ओहदे चाह दा कप भी नहीं पिंदा। ओहदे अंदर खुशी नहीं, ओनू तकलीफ है कि मैं कैसा हाँ कि मेरे कोल यार सज्जन मित्र नू पियाण लई चाह भी नहीं, ते दूजे ओहदे ते दोष लग रहे ने। इसलिए धन चाहीदा है। गुरबाणी ने धन दा त्याग नहीं सिखाया, ना ही सिख त्यागियां दा धर्म है। त्यागी जिन्ने भी साडे बने ने उन्हां दे कोल वड्डे वड्डे बंगले ने, 80-80 लाख दीयां कारां ने। सिर्फ त्याग सिर्फ बाहर दे चोलियां दे नाल नहीं, सब पैसे नाल चलदा है। इसलिए गुरु जी कहंदे ने कि खुशी जिहड़ी है ना, ओहदा केवल कल्ला पैसे दे नाल संबंध नहीं है। हुण तुसीं दुनिया वल झात मार के वेखो, आप देखोगे कि सारे अमीर, जरूरी नहीं कि सारे अमीर खुश हों, जरूरी नहीं है। ते यह भी जरूरी नहीं कि सारे गरीब दुखी हों। हर अमीर खुश होवे कि जरूरी नहीं, ते हर गरीब चिंतित होवे ये भी दुखी नहीं है। खुश दा संबंध जिहड़ा ना, खुशी दा ओहदा गुणां दे नाल संबंध है। तां इहदा मतलब ये होया कि सानू कितनी पॉजिटिव थिंकिंग मिल रही है, कितनी वड्डी विल पावर मिल रही है, जीवन दा एक महान ढंग मिल रहा है कि खुशी वास्ते केवल धन ही नहीं। दो गल्लां मैं आप नाल इत्थे होर साਂਝੀਆਂ करनियां चाहांगा। सानू अमीरी और गरीबी की जिहड़ी डेफिनेशन है वो बदलनी पवेगी। देखो, इस दुनिया के अंदर हर बंदा पैसे दे पिछे क्यों पै गया? हर बंदा इंसानियत नूं छड्ड के आम, जिहड़े सारे नहीं, सॉरी, हर बंदा लफज निकल गया मुंह चों, बहुतात गिनती, बहुतात गिनती पैसे दे पिछे ही क्यों पै गई? धर्म दे पिछे क्यों नहीं? शुभ गुणों वाले पासे क्यों नहीं? जदों कि हर बंदे नूं पता है कि खुशी पैसे विच नहीं है, खुशी गुणां विच। फिर भी आम जो मनुखता है वो पैसे दे पिछे क्यों पै गई? ओहदा एक रीजन है, ओहदा एक रीजन है। ओहदा रीजन यह है कि इस दुनिया दे विच अमीर बंदे नूं मान सत्कार मिलदा है। अमीर बंदे नूं जिहदे कोल दुनियावी धन है ना, ओनू लोग मान दिंदे ने, सत्कार दिंदे ने। देख लो, जे सरकार विच तुसीं इलैक्शन लड़ना चाहो कि मैं MLA MP बन जावां और मैं समाज दा सुधार करां, कोई वास्तव दे विच ईमानदार बंदा होए और उस समाज सुधार करना चाहता होए, लेकिन ओहदे कोल इलैक्शन लड़न लई पैसा नहीं, ताकि वो वोटां दे नाल जित जाएगा? नहीं ना। वोटां वास्ते ते उन्हें शराब वरतानी पैनी है, वोटां वास्ते ते बदमाश रखने पैणे ने बूथां दे उत्ते कब्जे करन वास्ते, ओहदे कोल झूठे लैक्चर करने वाले लोग रखने पैणगे। शरीफ बंदा ते इलैक्शन जीत ही नहीं सकता। मैं राजनीति विच मेरा कोई हिस्सा नहीं है, ना ही मैनूं बहुती नॉलेज है, लेकिन डॉक्टर दलजीत सिंह नूं तुसीं सारे जानते होगे ना, प्रोफैसर साहब सिंह दे बेटे, जिहड़े ਅੰਮ੍ਰਿਤਸਰ ਸਾਹਿਬ ਦੇ ਵਿੱਚ ਅੱਖਾਂ ਦੇ ਡਾਕਟਰ ਨੇ, ਉਹਨਾਂ ਦੀ ਹੁਣ ਤਾਂ ਡੈਥ ਹੋ ਗਈ है। देखो, प्रोफैसर साहब सिंह ਦਾ ਉਹ बेटा है, ਉਹਨੇ दो तीन किताबां लिखियां ने पढ़न वालियां ने, बदी दी जड़, दूजा पासा और सच दी भाल विच, बहुत वधिया पुस्तकां लिखियां ने। और दुनिया दे विच मशहूर डॉक्टर अखां दा पिता जी उन्हां दे गुरु ग्रंथ साहब दा टीका कीता है भाई साहब सिंह ने। वो इलैक्शन दे विच लड़े, हार गए, लोकां ने हरा दिता। तां जिहड़ी कौम अपने डॉक्टरां और वकीलां नूं हरांदी होवे, उस कौम दा विकास कित्थों? तां इहदा मतलब मैं जो बेनती करनी चाहना हाँ, पैसे वाले नूं मान इस दुनिया विच दिता जांदा है ना। तुसीं देख लो, जिन्ने भी अहुदे ने वो पैसे वालियां कोल होणगे, गरीबां कोल ते नहीं।
बहुत घट चांस ने किते ऐसा होवे। और ये जिहड़ी बीमारी है करीब करीब धर्म स्थानां विच भी आ गई है। तो हुण हर बंदा सत्कार चाहता है। जो मैं गल कहनी चाहना भी असीं पैसे पिछे क्यों पै गए, उसका रीजन है हर बंदा सत्कार चाहता है ना कि मैनू भी मान मिले, मैनू भी सत्कार मिले, मेरे गल विच भी फुल्लां दे हार पैण, जिथे जावां मैनू भी लोग फतेह बुलाण, हर बंदा चाहता है ना। इसलिए फिर हर बंदा पैसे पिछे पै गया कि मेरे कोल पैसा होएगा तां लोग मेरा सत्कार करनगे। लोकां ने फिर शॉर्टकट अपना लिया, ब्लैक 2 नंबर दे धंधे। भगत कबीर जी ने इस डेफिनेशन नूं बदलिया है। वो कहंदे ने इस अमीरी गरीबी दी डेफिनेशन नूं बदलो। कहो कबीर निर्धन है सोई, जाके हिरदे नाम ना हुई। दो भरावां दी गल कीती है ना, जो निर्धन सरधन कह जाए, आगे बैठा पीठ फिराए, जो सरधन निर्धन कह जाए, दिया आदर लिया बुलाए। जदों कोई अमीर भरा गरीब दे घर विच जांदा है तां सारे टब्बर नूं चाह चढ़ जांदा है, ਉਹਨੂੰ ਮਾਨ ਸਤਕਾਰ ਦਿੰਦੇ ਨੇ, ਘਰ ਦੀ ਕੋਈ ਚੀਜ਼ ਵੇਚ ਕੇ ਵੀ ਉਹਦਾ ਲੰਗਰ ਪ੍ਰਸ਼ਾਦੇ ਦਾ ਇੰਤਜ਼ਾਮ ਕਰਦੇ ਨੇ। ਪਰ ਜਦੋਂ ਕੋਈ ਗਰੀਬ ਆਪਣੇ ਅਮੀਰ ਭਰਾ ਦੇ ਘਰ ਜਾਂਦਾ ਹੈ ਨਾ, ਬਹੁਤੀ ਵਾਰੀ ਉਹ ਪਿੱਠ ਫੇਰ ਲੈਂਦਾ ਵੀ ਕੁਛ ਮੰਗਣ ਵਾਸਤੇ ਆਇਆ ਹੋਇਆ। ਇਸ ਲਈ ਕਬੀਰ ਜੀ ਕਹਿੰਦੇ ਨੇ ਇਸ ਡੈਫੀਨੇਸ਼ਨ ਨੂੰ ਬਦਲੋ। ਤੁਸੀਂ ਅਮੀਰ ਔਰ ਗਰੀਬ ਦੀ ਡੈਫੀਨੇਸ਼ਨ ਬਦਲ ਦਿਓ। ਅਮੀਰ ਉਸ ਨੂੰ ਕਹੋ ਜਿਸ ਦੇ ਕੋਲ ਗੁਣ ਨੇ, ਜਿਸ ਦਾ ਆਚਰਨ ਬੜਾ ਉੱਚਾ ਹੈ, ਜਿਵੇਂ ਭਗਤ ਪੂਰਨ ਸਿੰਘ ਸੀ, ਉਸਦਾ ਆਚਰਨ ਬੜਾ ਉੱਚਾ ਹੈ, ਉਹਦੇ ਅੰਦਰ ਦਇਆ ਹੈ, ਉਹ ਹੈਲਪਫੁਲ ਹੈ, ਨਿਰਭਉ ਹੈ, ਨਿਰਵੈਰ ਹੈ, ਉਹਦੇ ਅੰਦਰ ਇਨਸਾਨੀਅਤ ਹੈ, ਗੁਰਮਤ ਦੀ ਰਾਹਾਂ ਤੇ ਤੁਰਨ ਵਾਲਾ ਹੈ, ਉਹ ਅਮੀਰ ਬੰਦਾ ਹੈ। ਉਹਨੂੰ ਮਾਣ ਆਦਰ ਦਿਓ। ਜਦੋਂ ਉਹਨੂੰ ਮਾਣ ਆਦਰ ਦਿਓਗੇ ਨਾ ਤੇ ਫਿਰ ਹਰ ਬੰਦਾ ਚਾਹੁੰਦਾ ਹੈ ਮੈਨੂੰ ਵੀ ਮਾਣ ਆਦਰ ਮਿਲੇ, ਸਾਰੇ ਫਿਰ ਗੁਣਾਂ ਦੇ ਪਿੱਛੇ ਦੌੜਨਗੇ। ਤੇ ਇਹ ਦੌੜ ਅਸੀਂ ਕਿੱਥੋਂ ਸ਼ੁਰੂ ਕਰ ਦਿੰਦੇ ਹਾਂ? ਅਸੀਂ ਆਪਣੇ ਬੱਚਿਆਂ ਨੂੰ ਇੱਕੋ ਹੀ ਗੱਲ ਕਹਿੰਦੇ ਹਾਂ, ਬੇਟੇ ਫਸਟ ਪੋਜੀਸ਼ਨ ਲੈਣੀ ਹੈ। ਅਸੀਂ ਸ਼ਹਿਰ ਵਿੱਚ ਵੇਖਦੇ ਹਾਂ ਕਿ ਸਭ ਤੋਂ ਚੰਗਾ ਸਕੂਲ ਕਿਹੜਾ ਹੈ, ਉੱਥੇ ਅਸੀਂ ਬੱਚਿਆਂ ਨੂੰ ਐਡਮਿਟ ਕਰਾਉਂਦੇ ਹਾਂ। ਫਿਰ ਬੱਚਿਆਂ ਦੇ ਆਉਂਦੇ ਨੇ ਪੇਪਰ, ਪੇਪਰਾਂ ਦੇ ਵਿੱਚ ਅਸੀਂ ਫਿਰ ਉਹਨਾਂ ਦਾ ਮਾਰਕਸ਼ੀਟ ਚੈੱਕ ਕਰਦੇ ਹਾਂ। ਜੇ ਤੇ ਬੰਦਾ ਫਸਟ ਆਇਆ ਹੈ ਬੱਚਾ ਤੇ ਪਰਿਵਾਰ ਬੜਾ ਖੁਸ਼ ਹੈ। ਜੇ ਬੱਚਾ ਸੈਕਿੰਡ ਆਇਆ ਹੈ ਤੇ ਉਹਨੂੰ ਕਹਿੰਦੇ ਨੇ ਬੇਟੇ ਥੋੜੀ ਮਿਹਨਤ ਕਰੋ, ਤੁਸੀਂ ਫਸਟ ਆਉਣਾ ਸੀ, ਦੇਖੋ ਦੂਜੇ ਬੱਚੇ ਫਸਟ ਆ ਗਏ। ਤੇ ਜੇ ਬੱਚਾ ਥਰਡ ਡਿਵੀਜ਼ਨ ਲਵੇ ਤਾਂ ਜਿਵੇਂ ਅਸੀਂ ਉਹਦੇ ਨਾਲ ਵਰਤਨੇ ਆ ਤੁਹਾਨੂੰ ਪਤਾ ਹੀ ਹੈ। ਤੇ ਜੇ ਬੱਚਾ ਹੋ ਜਾਏ ਫੇਲ, ਫਿਰ ਤਾਂ ਹੁਣ ਮੇਰੇ ਖਿਆਲ ਸਾਰੇ ਹੱਸਣ ਲੱਗ ਗਏ ਨਾ ਤੁਸੀਂ ਵੀ ਉਹਦੇ ਨਾਲ ਬੱਚੇ ਨਾਲ ਬਣਦੀ ਕੀ ਹੈ। ਇੱਕ ਬੰਦਾ ਸੀ ਤੇ ਆਪਣੇ ਬੱਚੇ ਨੂੰ ਨਾ ਕੁੱਟਣ ਦਿਆ, ਦੇ ਛਿੱਤਰ, ਤੇ ਬੱਚਾ ਹਾਲ ਪਾ ਰਿਹਾ ਕਰਨ ਦਿਆ। ਤੇ ਗੁਆਂਢੀ ਆ ਗਿਆ, ਕਹਿਣ ਲੱਗਾ ਮੈਨੂੰ ਬੱਚੇ ਨੂੰ ਕਿਉਂ ਕੁੱਟਣਾ ਪਿਆ? ਕਹਿੰਦਾ ਇਹ ਫੇਲ ਹੋ ਗਿਆ। ਤੇ ਕਹਿਣ ਲੱਗਾ ਇਹਦਾ ਰਿਜ਼ਲਟ, ਕਹਿੰਦਾ ਰਿਜ਼ਲਟ ਤੇ ਇਹਦਾ ਕੱਲ ਨੂੰ ਆਉਣਾ, ਤੇ ਤੂੰ ਇਹਨੂੰ ਅੱਜ, ਕਹਿੰਦਾ ਕੱਲ ਮੈਂ ਨਾ ਘਰ ਨਹੀਂ ਹੋਣਾ, ਕੱਲ ਮੈਂ ਵਾਂਢੇ ਜਾਣਾ, ਤੇ ਮੈਨੂੰ ਪਤਾ ਵੀ ਇਹਨੇ ਫੇਲ ਹੀ ਹੋਣਾ। ਇੱਕ ਦਿਨ ਪਹਿਲਾਂ ਵੀ ਇਸੇ ਤਰ੍ਹਾਂ ਬੜੀ ਲਾ ਦਿੰਦੇ ਆ। ਹੁਣ ਬੱਚਾ ਫਿਰ ਸਾਰਾ ਕੰਮ ਕਿਉਂ ਕਰਦਾ? ਮੈਂ ਫਸਟ ਆਉਣਾ, ਤੇ ਫਸਟ ਆਉਣ ਵਾਸਤੇ ਦੂਜਿਆਂ ਨੂੰ ਪਿੱਛੇ ਛੱਡਣਾ ਪੈਣਾ। ਮੇਰਾ ਕਦਾਚਿਤ ਇਹ ਭਾਵ ਨਹੀਂ ਕਿ ਬੱਚਿਆਂ ਨੂੰ ਫਸਟ ਪੋਜੀਸ਼ਨ ਲਈ ਚੰਗੀ ਪੜ੍ਹਾਈ ਵਾਸਤੇ ਨਾ ਪ੍ਰੇਰੋ, ਸਾਡਾ ਫਰਜ਼ ਬਣਦਾ ਹੈ ਬੱਚੇ ਚੰਗੇ ਨੰਬਰਾਂ ਨਾਲ ਪਾਸ ਹੋਣ, ਹਰ ਮਾਂ-ਬਾਪ ਦਾ ਫਰਜ਼ ਬਣਦਾ ਹੈ, ਇਹ ਸਾਨੂੰ ਪ੍ਰੇਰਨਾ ਚਾਹੀਦਾ। ਪਰ ਬੱਚਿਆਂ ਨੂੰ ਨਿਰੇ ਇਨਾਮ ਨੰਬਰਾਂ ਵਾਸਤੇ ਹੀ ਨਾ ਦਿੰਦੇ ਰਹੋ। ਜੇ ਬੱਚਾ ਚੰਗੇ ਨੰਬਰ ਲੈ ਕੇ ਆਵੇ, ਬੇਟਾ ਤੈਨੂੰ ਐਪਲ ਦਾ ਫੋਨ ਲੈ ਕੇ ਦੇਵਾਂਗੇ। ਜੇ ਬੇਟੇ ਤੂੰ ਐਤਕੀ BA ਚੋਂ ਪਾਸ ਹੋ ਗਿਆ, ਤੈਨੂੰ ਅਸੀਂ ਬੁਲਟ ਮੋਟਰਸਾਈਕਲ ਲੈ ਦਿਆਂਗੇ। ਕਹਿੰਦੇ ਆ ਨਾ, ਤੁਸੀਂ ਬੱਚਿਆਂ ਵਾਸਤੇ ਪੁੱਛੋ ਕਿ ਬੇਟੇ ਅੱਜ ਕੋਈ ਚੰਗਾ ਕੰਮ ਕੀਤਾ? ਤੇ ਬੱਚਾ ਕਹੇ ਨਾ, ਹਾਂ ਡੈਡੀ ਅੱਜ ਨਾ ਇੱਕ ਬੇਬੇ ਲੰਘਦੀ ਸੀ ਵੀ ਸੜਕ ਤੋਂ, ਤੇ ਉਹਦੇ ਕੋਲ ਨਾ 2 ਥੈਲੇ ਸਨ, ਉਹ ਤੋਂ ਲੰਘਿਆ ਨਹੀਂ ਸੀ ਜਾ ਰਿਹਾ, ਤੇ ਮੈਂ ਬੇਬੇ ਦਾ ਨਾ ਥੈਲਾ ਫੜ ਕੇ ਸੜਕ ਤੋਂ ਉਹਨੂੰ ਪਾਰ ਕਰਾਇਆ। ਬੇਬੇ ਨੇ ਮੈਨੂੰ ਪਿਆਰ ਵੀ ਦਿੱਤਾ ਤੇ ਬਹੁਤ ਅਸ਼ੀਸ਼ਾਂ ਵੀ ਦਿੱਤੀਆਂ। ਤੇ ਬੱਚੇ ਨੂੰ 10 ਰੁਪਏ ਦਿਓ, ਲੈ ਬੇਟਾ ਤੇਰਾ ਇਨਾਮ, ਅੱਜ ਤੋਂ ਚੰਗਾ ਕੰਮ ਕਰ। ਪੜ੍ਹਾਈ ਵਾਸਤੇ ਤੁਸੀਂ ਪ੍ਰੇਰ ਹੀ ਰਹੇ ਹੋ। ਅਗਲੇ ਦਿਨ ਬੱਚੇ ਤੋਂ ਪੁੱਛੋ, ਬੇਟਾ ਅੱਜ ਕੋਈ ਕੰਮ ਚੰਗਾ ਕੀਤਾ? ਹਾਂ ਡੈਡੀ ਅੱਜ ਨਾ ਇੱਕ ਬਾਪੂ ਦਾ ਬਟੂਆ ਡਿੱਗ ਗਿਆ ਸੀ, ਤੇ ਉਹਦੇ ਬਟੂਏ ਨੂੰ ਮੈਂ ਚੁੱਕਿਆ ਤੇ ਮੈਂ ਭੱਜ ਕੇ ਬਾਪੂ ਨੂੰ ਦਿੱਤਾ, ਤੇ ਬਾਪੂ ਨੇ ਮੈਨੂੰ ਬੜਾ ਪਿਆਰ ਕੀਤਾ, ਨਾਲ 10 ਰੁਪਏ ਦਿੱਤੇ, ਪਰ ਮੈਂ ਲੈ ਨਹੀਂ। ਬੇਟੇ ਨੂੰ ਫਿਰ ਇਨਾਮ ਦਿਓ, ਬੇਟਾ ਆ ਲੈ ਫੜ ਤੇਰਾ ਇਨਾਮ। ਜਦੋਂ ਉਹ ਬਜ਼ੁਰਗਾਂ ਨੂੰ ਸੜਕਾਂ ਤੋਂ ਪਾਰ ਲੰਘਾਉਣਾ ਸਿੱਖੇਗਾ ਨਾ, ਇਨਾਮ ਮਿਲੇਗਾ।
ਉਹਦੇ ਅੰਦਰ ਉਤਸ਼ਾਹ ਹੋਏਗਾ ਕਿ ਚੰਗੇ ਕੰਮ ਕੀਤਿਆਂ ਵੀ ਇਨਾਮ ਮਿਲਦਾ ਹੈ। ਤੇ ਜਦੋਂ ਤੁਸੀਂ ਬਜ਼ੁਰਗ ਹੋ ਜਾਓਗੇ ਨਾ, ਫਿਰ ਤੁਹਾਡੀ ਬਾਂਹ ਫੜ ਕੇ ਵੀ ਤੋਰੇਗਾ, ਫਿਰ ਤੁਹਾਡੇ ਪੈਸੇ ਡਿੱਗੇ ਵੀ ਤੁਹਾਨੂੰ ਫੜਾਏਗਾ। ਤੇ ਜਦੋਂ ਹੁਣ ਅਸੀਂ ਤਾਂ ਇਸ ਪਾਸੇ ਧਿਆਨ ਨਹੀਂ ਨਾ ਦਿੱਤਾ, ਫਿਰ ਅਸੀਂ ਕਹਿੰਦੇ ਆ ਵੀ ਸਾਡੇ ਬੱਚੇ ਤੇ ਮੰਨਦੇ ਨਹੀਂ। ਭਾਈ ਜੀ, ਬੜੇ ਬੱਚੇ ਨੇ ਅੱਜ ਕੱਲ੍ਹ ਦੇ ਬੱਚੇ ਮੰਨਦੇ ਨੇ ਕਿਤੇ। ਤੇ ਬੱਚਿਆਂ ਨੇ ਨਾ ਮੰਨਣ ਦੀਆਂ ਆਦਤਾਂ ਕਿੱਥੋਂ ਸਿੱਖੀਆਂ ਨੇ? ਬਾਹਰੋਂ ਨਹੀਂ, ਤੁਹਾਡੇ ਤੋਂ ਸਿੱਖੀਆਂ ਨੇ। ਤੁਹਾਡੇ ਬੱਚਿਆਂ ਨੇ, ਮੇਰੇ ਬੱਚਿਆਂ ਨੇ ਮੇਰੇ ਤੋਂ ਸਿੱਖੀਆਂ ਨੇ। ਕਿਵੇਂ? ਤੁਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਦੇ ਹੋ? ਏਕ ਪਿਤਾ ਏਕਸ ਕੇ ਹਮ ਬਾਰਿਕ, ਅਸੀਂ ਕਹਿੰਦੇ ਆ ਨਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਗੁਰੂ ਜੀ ਰੋਜ਼ ਕਹਿੰਦੇ ਨੇ ਝੂਠਾ ਮਦ ਮੂਲ ਨਾ ਪੀਛੇ, ਕਿ ਸਾਰੇ ਸਿੱਖਾਂ ਨੇ ਨਸ਼ੇ ਪੀਣੇ ਛੱਡ ਦਿੱਤੇ। ਗੁਰੂ ਜੀ ਰੋਜ਼ ਕਹਿੰਦੇ ਨੇ ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਤੇ ਤੁਸੀਂ ਦਾਜ ਲੈਣੇ ਛੱਡ ਦਿੱਤੇ ਨੇ। ਗੁਰੂ ਜੀ ਹਰ ਰੋਜ਼ ਸਾਨੂੰ ਕਹਿ ਰਹੇ ਨੇ ਫੱਕੜ ਜਾਤੀ ਫੱਕੜ ਨਾਉ, ਤੇ ਕੀ ਤੁਸੀਂ ਜਾਤੀਵਾਦ ਛੱਡ ਦਿੱਤਾ ਹੈ? ਬੱਚੇ ਵੇਖਦੇ ਨੇ ਕਿ ਇਹ ਆਪਣੇ ਪਿਓ ਦੀ ਗੱਲ ਨਹੀਂ ਮੰਨਦੇ। ਬੱਚਿਆਂ ਦੇ ਮਨ ਵਿੱਚ ਇਹ ਫਿਰ ਜਾਂਦੀ ਕਿ ਪਿਓ ਸਿਰਫ ਕਲਪਣ ਵਾਸਤੇ ਹੁੰਦਾ ਹੈ, ਪਿਓ ਦੀ ਗੱਲ ਮੰਨਣੀ ਥੋੜਾ ਹੁੰਦੀ ਹੈ। ਮੇਰੇ ਮਾਂ ਪਿਓ ਨੇ ਨਹੀਂ ਮੰਨੀ, ਮੈਂ ਆਪਣੇ ਮਾਂ ਪਿਓ ਦੀ ਕਿਉਂ ਮੰਨਾਂ? ਜੇ ਅਸੀਂ ਆਪਣੇ ਪਿਓ ਦੀ ਗੱਲ ਮੰਨੀ ਹੁੰਦੀ ਨਾ, ਗੁਰੂ ਗ੍ਰੰਥ ਸਾਹਿਬ ਦੀ, ਸਾਡੇ ਬੱਚਿਆਂ ਨੇ ਵੀ ਸਾਡੀ ਮੰਨਣੀ ਸੀ। ਇੱਕ ਗੱਲ ਯਾਦ ਰੱਖਣਾ, ਜੈਸਾ ਵਿਹਾਰ ਤੁਸੀਂ ਆਪਣੇ ਬਜ਼ੁਰਗਾਂ ਦੇ ਨਾਲ ਕਰ ਰਹੇ ਹੋ ਨਾ, ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਹੁੰਦਾ ਕਿ ਜੈਸਾ ਤੁਸੀਂ ਵਿਹਾਰ ਆਪਣੇ ਬੱਚਿਆਂ ਨਾਲ ਕਰ ਰਹੇ ਹੋ, ਕੁੜੀਓ, ਜਿਵੇਂ ਤੁਸੀਂ ਆਪਣੀਆਂ ਵਿਹਾਰ ਸੱਸਾਂ ਦੇ ਨਾਲ ਕਰ ਰਹੀਆਂ ਹੋ, ਜਿਵੇਂ ਪੁੱਤਰ ਆਪਣੇ ਮਾਪਿਆਂ ਨਾਲ ਵਿਹਾਰ ਕਰ ਰਹੇ ਨੇ, ਤੁਸੀਂ ਇੱਕ ਕਿਤਾਬ ਲਿਖ ਰਹੇ ਹੋ। ਇਹ ਕਿਤਾਬ ਤੁਹਾਨੂੰ ਤੁਹਾਡੇ ਬੱਚੇ ਪੜ੍ਹ ਕੇ ਸੁਣਾਉਣਗੇ। ਇਸ ਲਈ ਇਧਰ ਧਿਆਨ ਦੇਣ ਦੀ ਲੋੜ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨਾ ਵਿਸਤਰੇ। ਜੇ ਅਸੀਂ ਇਸ ਪਾਸੇ ਥੋੜਾ ਜਿਹਾ ਧਿਆਨ ਦਈਏ, ਜਿਹੜੀਆਂ ਮੋਰਲਸ ਨੇ ਉਹਨਾਂ ਨੂੰ ਅਸੀਂ ਆਪ ਅਪਣਾਈਏ, ਬੱਚਿਆਂ ਨੂੰ ਸਿਖਾਈਏ, ਔਰ ਬੱਚੇ ਸਾਡੇ ਤੋਂ ਸਿੱਖਣ, ਕਿਉਂਕਿ ਉਹਨਾਂ ਸਾਡੀ ਨਕਲ ਕਰਨੀ ਹੈ। ਜਦੋਂ ਕੋਈ ਸਾਡੇ ਘਰ ਮਿਲਣ ਆਉਂਦਾ ਨਾ, ਤੇ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਆ, ਜਾ ਬੇਟਾ ਕਹਿ ਵੀ ਅੰਕਲ ਮੇਰਾ ਡੈਡੀ ਘਰ ਨਹੀਂ ਹੈ, ਤੇ ਉਹ ਜਾ ਕੇ ਕਹਿ ਦਿੰਦਾ ਕਿ ਮੇਰਾ ਡੈਡੀ ਘਰ ਨਹੀਂ। ਤੇ ਫਿਰ ਬੱਚਾ ਸੋਚਦਾ, ਯਾਰ ਡੈਡੀ ਘਰ ਹੈ ਤੇ ਇਹ ਅੰਕਲ ਨੂੰ ਕਹਿ ਰਿਹਾ ਵੀ ਡੈਡੀ ਘਰ ਨਹੀਂ ਹੈ, ਐਵੇਂ ਕੰਮ ਚੱਲ ਸਕਦਾ ਹੈ? ਇੰਜ ਕਹਿਣ ਨਾਲ ਬੱਚਾ ਸੋਚਦਾ, ਯਾਰ ਕੰਮ ਤੇ ਚੱਲ ਗਿਆ, ਉਹਨੇ ਅੰਕਲ ਨੇ ਆਉਣਾ ਸੀ, ਕਹਿ ਦਿੱਤਾ ਵੀ ਨਹੀਂ, ਕੰਮ ਤੇ ਚੱਲ ਗਿਆ। ਤੇ ਉਹ ਫਿਰ ਬੱਚਾ ਵੀ ਆਪਣਾ ਕੰਮ ਚਲਾਉਣ ਲੱਗ ਜਾਂਦਾ ਹੈ। ਜਾਂਦਾ ਹੈ ਫਿਲਮ ਵੇਖਣ, ਤੇ ਡੈਡੀ ਨੂੰ ਆਣ ਕੇ ਕਹਿੰਦਾ ਮੈਂ ਸਕੂਲ ਗਿਆ ਸਾਂ। ਚਲਾ ਲਿਆ ਨਾ ਉਹਨੇ ਆਪਣਾ ਕੰਮ। ਇਸ ਲਈ ਬੱਚਿਆਂ ਨੇ ਸਾਡੀ ਨਕਲ ਕਰਨੀ ਹੈ, ਸਾਨੂੰ ਰੋਲ ਮਾਡਲ ਬਣਨਾ ਪਵੇਗਾ। ਇਹ ਚੀਜ਼ਾਂ ਸਾਨੂੰ ਇਸ ਪਾਵਨ ਬਾਣੀ ਚੋਂ ਮਿਲ ਰਹੀਆਂ ਨੇ। ਕੀੜੀ ਤੁਲਨਾ ਹੋਵਨੀ ਜੇ ਤਿਸ ਮਨੁ ਨਾ ਵਿਸਤਰੈ। ਦੇਖੋ ਕਿੰਨੇ ਵੱਡੇ ਲੋਕ, ਜਿਨ੍ਹਾਂ ਦੀ ਬਾਦਸ਼ਾਹੀ ਦੇ ਵਿੱਚ ਸਮੁੰਦਰ ਵੀ ਹੋਣ, ਜਿਨ੍ਹਾਂ ਦੇ ਕੋਲ ਪਹਾੜਾਂ ਜਿੰਨਾ ਮਾਲ ਤਨ ਹੋਵੇ, ਗੁਰੂ ਜੀ ਕਹਿੰਦੇ ਹਨ ਅਸਲ ਦੇ ਅੰਦਰ ਜਿਸ ਮਨੁੱਖ ਦੇ ਅੰਦਰੋਂ ਸੱਚ ਨਹੀਂ ਨਾ ਭੁੱਲਦਾ, ਜਿਸ ਦਾ ਆਚਰਨ ਉੱਚਾ ਹੈ, ਜੋ ਹੁਕਮ ਰਜ਼ਾਈ ਚੱਲ ਰਿਹਾ ਹੈ, ਬੇਸ਼ੱਕ ਉਹ ਮਾਮੂਲੀ ਜਿਹਾ ਇਨਸਾਨ ਹੋਵੇ, ਉਹਨਾਂ ਬਾਦਸ਼ਾਹਾਂ ਦੇ ਨਾਲੋਂ ਮਹਾਨ ਹੈ। ਸਾਨੂੰ ਇਹ ਸੋਚ ਬਣਾਉਣੀ ਪਵੇਗੀ। ਜਿਸ ਦਿਨ ਸਾਡੀ ਇਹ ਸੋਚ ਬਣ ਗਈ, ਉਸ ਦਿਨ ਆਨੰਦ ਮੰਗਲ ਬਣ ਜਾਣਗੇ ਜ਼ਿੰਦਗੀ ਵਿੱਚ। ਧਨ ਤੇ ਸਾਡਾ ਸਾਡੇ ਕੋਲ ਹੀ ਰਹਿਣਾ ਹੈ। ਇਮਾਨਦਾਰੀ ਦੇ ਨਾਲ ਕਮਾਵਾਂਗੇ, ਸਾਰੇ ਜਦੋਂ ਇਮਾਨਦਾਰੀ ਦੇ ਨਾਲ ਕੰਮ ਕਰਨਗੇ ਤਾਂ ਇਮਾਨਦਾਰੀ ਫੈਲੇਗੀ। ਲੇਕਿਨ ਸ਼ੁਰੂਆਤ ਤੇ ਕਰਨੀ ਪਵੇਗੀ ਨਾ, ਸ਼ੁਰੂਆਤ ਸਾਨੂੰ ਆਪਣੇ ਤੋਂ ਕਰਨੀ ਪਵੇਗੀ। ਤਾਂ ਆਓ ਅਸੀਂ ਸਾਰੇ ਕਲਾਸ ਵਾਲੇ ਜੋ ਵੀਰ ਭੈਣਾਂ ਹਾਂ, ਆਪਣੇ ਤੋਂ ਸ਼ੁਰੂਆਤ ਕਰੀਏ। ਮੇਰਾ ਕਹਿਣ ਦਾ ਕਦਾਚਿਤ ਭਾਵ ਨਹੀਂ ਕਿ ਤੁਹਾਡੇ ਵਿੱਚ ਇਹ ਗੁਣ ਨਹੀਂ ਹੈ ਨੇ, ਪਰ ਅਸੀਂ ਇਹਨਾਂ ਗੁਣਾਂ ਦਾ ਹੋਰ ਵਿਸਥਾਰ ਕਰਨਾ ਹੈ, ਔਰ ਇਹਨਾਂ ਗੁਣਾਂ ਨੂੰ ਆਪਣੇ ਬੱਚਿਆਂ ਤੱਕ, ਪਰਿਵਾਰਾਂ ਤੱਕ, ਔਰ ਦੁਨੀਆ ਦੇ ਆਖਰੀ ਮਨੁੱਖ ਤੱਕ ਅਸਾਂ ਪਹੁੰਚਾਉਣ ਦਾ ਯਤਨ ਕਰਨਾ ਹੈ। ਹੁਣ ਅਗਲੀ ਕਾਰਵਾਈ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਕਰ ਰਹੇ ਨੇ। ਮੈਂ ਇੱਥੇ ਖਿਮਾ ਦਾ ਜਾਚਕ ਹਾਂ, ਤੇ ਜੇ ਆਪ ਚਾਹੋ ਤਾਂ, ਕਿਉਂਕਿ ਹੁਣ ਅੱਜ 23 ਪੌੜੀਆਂ ਹੋ ਗਈਆਂ ਨੇ, ਜੇ ਆਪ ਚਾਹੋ ਤਾਂ ਸੋਮਵਾਰ ਵਾਲੇ ਦਿਨ ਆਪਾਂ ਆਪਣਾ ਇੱਕ ਟੈਸਟ ਲੈ ਲਈਏ ਸਾਰੇ ਵੀਰ ਭੈਣਾਂ, ਕਿ ਅਸੀਂ ਹੁਣ ਤੱਕ 23 ਪੌੜੀਆਂ ਦੇ ਵਿੱਚ ਕੀ ਕੀ ਸਿੱਖਿਆ ਹੈ, ਔਰ ਕੀ ਕੀ ਸਾਨੂੰ ਸਿੱਖਣ ਨੂੰ ਮਿਲਿਆ ਹੈ। ਜੇ ਆਪ ਚਾਹੋ ਤਾਂ ਐਸਾ ਜਿਹੜਾ ਹੈ ਹੋ ਸਕਦਾ ਹੈ, ਬਾਕੀ ਜੇ ਨਹੀਂ ਤਾਂ ਫਿਰ ਜਿਵੇਂ ਕਲਾਸ ਚੱਲ ਰਹੀ ਹੈ ਚੱਲਦੀ ਰਹੇਗੀ, ਜਿਵੇਂ ਆਪ ਚਾਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਤੇ ਡਿਪੈਂਡ ਹੈ ਜੀ। ਸੰਗਤਾਂ ਜੇ ਕੋਈ ਵੀ ਇਹਦੇ ਬਾਰੇ ਰਿਵਿਊ ਕਰਨਾ ਚਾਹਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਤੇ ਇਹਨਾਂ ਤੇ ਸਾਰਿਆਂ ਤੇ ਡਿਪੈਂਡ ਕਰਦਾ ਜੀ। ਤੇ
ਸੋਮਵਾਰ ਨੂੰ ਆਪਾਂ ਦੇਖ ਲਵਾਂਗੇ। ਜੇ ਤੁਸੀਂ ਅੱਜ ਦੱਸਣਾ ਅੱਜ ਦੱਸ ਦਿਓ, ਨਹੀਂ ਤਾਂ ਸੋਮਵਾਰ ਨੂੰ ਜਦੋਂ ਆਓਗੇ ਫਿਰ ਉਸ ਵੇਲੇ ਆਪਾਂ ਇਹਦੇ ਬਾਰੇ ਡਿਸਕਸ਼ਨ ਕਰ ਲਵਾਂਗੇ। ਤੇ ਇਸ ਵੇਲੇ ਧੰਨਵਾਦ ਜੀ ਗਿਆਨੀ ਜੀ ਦਾ ਬਹੁਤ ਬਹੁਤ। ਡਿਸਕਸ਼ਨ ਵੀ ਅਸੀਂ ਕਰਨਾ ਚਾਹੁੰਦੇ ਹਾਂ ਨਾ, ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਸਾਰੇ ਕਲਾਸ ਵਾਲਿਆਂ ਨੇ ਇਹ ਦੱਸਣਾ ਵੀ 21 ਪੌੜੀਆਂ ਦੇ ਵਿੱਚ ਕਿਹੜੀ ਕਿਹੜੀ ਪੌੜੀ ਤੋਂ ਤੁਸੀਂ ਕੀ ਕੀ ਚੀਜ਼ ਸਿੱਖੀ ਹੈ। ਠੀਕ ਹੈ ਜੀ। ਹਾਂ, ਐਵੇਂ ਜੇ ਚਾਹੋ ਤਾਂ ਫਿਰ ਸੋਮਵਾਰ ਆਪਾਂ ਇਹ ਕਰਾਂਗੇ, ਇਹ ਨਹੀਂ ਕਿ ਮੈਂ ਕੁਝ ਬੋਲਾਂਗਾ, ਤੁਸੀਂ ਸਾਰੇ ਵੀਰਾਂ ਭੈਣਾਂ ਨੇ ਦੱਸਣਾ ਵੀ 21 ਪੌੜੀਆਂ ਚ ਕਿਹੜੀ ਕਿਹੜੀ ਪੌੜੀ ਚੋਂ ਕਿਹੜੀ ਕਿਹੜੀ ਸਿੱਖਿਆ ਤੁਹਾਨੂੰ ਮਿਲੀ। ਤੁਹਾਡਾ ਇੱਕ ਵਾਰੀ ਉਹ ਤੁਸੀਂ ਵੇਖ ਲਓ, ਹਾਂਜੀ ਰਿਵੀਜ਼ਨ ਹੋ ਜਾਏਗਾ ਤੇ ਨਾਲ ਸਾਨੂੰ ਸਮਝ ਪਏਗਾ ਵੀ ਬਾਣੀ ਸਮਝ ਆਈ ਵੀ ਹੈ ਜਾਂ ਨਹੀਂ ਹੈ, ਵੀ ਸਾਨੂੰ ਕਿਹੜੀ ਪੌੜੀ ਚੋਂ ਕਿਹੜੀ ਕਿਹੜੀ ਚੀਜ਼ ਸਿੱਖਣ ਲਈ ਮਿਲੀ। ਜੇ ਤੁਸੀਂ ਸਾਰੇ ਵੀਰ ਭੈਣਾਂ ਚਾਹੋ ਤੇ ਇਸ ਤਰ੍ਹਾਂ ਇੱਕ ਦਿਨ ਰੱਖ ਲਵਾਂਗੇ ਜੇ ਤੁਸੀਂ ਚਾਹੋ। ਧੰਨਵਾਦ। ਠੀਕ ਹੈ ਜੀ, ਮਿਹਰਬਾਨੀ ਗਿਆਨੀ ਜੀ ਬਹੁਤ ਬਹੁਤ। ਤੇ ਹੁਣ ਮੈਂ ਹਮੇਸ਼ਾ ਇਸ ਤਰ੍ਹਾਂ ਜਦੋਂ ਬੇਨਤੀ ਕਰੀਦੀ ਹੈ ਜੀ, ਅੱਜ ਦੀ ਜਿਹੜੀ ਕਥਾ ਹੋਈ ਹੈ ਸਾਰਿਆਂ ਨੇ ਸੁਣ ਲਈ ਆ, ਤੇ ਉਹਦੇ ਵਿੱਚੋਂ ਜਿਹੜਾ ਵੀ ਸਵਾਲ ਜਵਾਬ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਅੱਜ ਦੀ ਕਥਾ ਦੇ ਵਿੱਚੋਂ, ਉਹ ਤੁਸੀਂ ਅਨਮਿਊਟ ਹੋਣੇ ਹੋ ਜਾਓ ਪਲੀਜ਼, ਤੇ ਤਾਂ ਕਿ ਅਸੀਂ ਗਿਆਨੀ ਜੀ ਨੂੰ ਪੁੱਛ ਸਕੀਏ। ਤੇ ਸਿਰਫ ਕੁਲਦੀਪ ਕੌਰ ਅਨਮਿਊਟ ਹੋਏ ਹੈ ਜੀ ਅਜੇ, ਤੇ ਹੋਰ ਨਾਲ ਵੀ ਬੇਨਤੀ ਹੈ ਉਹ ਵੀ ਹੋ ਜਾਣ। ਤੇ ਹਾਂਜੀ ਕੁਲਦੀਪ ਕੌਰ ਪਹਿਲਾਂ ਤੁਸੀਂ ਕਰੋ ਗੱਲ। ਗਿਆਨੀ ਜੀ। ਹਾਂਜੀ ਭੈਣ। ਜੇ ਤਿਸ ਮਨੋਂ ਨਾ ਵਿਸਰੈ, ਇਹ ਅਸੀਂ ਰੱਬ ਦੀ ਗੱਲ ਕਰਦੇ ਆ ਨਾ, ਰੱਬ ਦੇ ਮਨ ਚੋਂ ਨਾ ਵਿਸਰ ਦਈਏ ਅਸੀਂ। ਨਹੀਂ ਨਹੀਂ ਨਹੀਂ, ਹਾਂ, ਜੇ ਤਿਸ ਮਨੋਂ ਨਾ ਵਿਸਰਹਿ ਪਿਹੇ ਰੱਬਾ, ਜੇ ਤੂੰ ਉਸ ਕੀੜੀ ਦੇ ਮਨ ਚੋਂ ਨਾ ਭੁੱਲੇ। ਅੱਛਾ। ਹਾਂਜੀ, ਕਿਉਂਕਿ ਰੱਬ ਨੂੰ ਤੇ ਅਸੀਂ ਸਾਰੇ ਯਾਦ ਹੈ ਹੀ ਆ। ਹਾਂ, ਤੇ ਰੱਬ ਨੇ ਭੁਲਾ ਦਿੱਤਾ, ਉਹਨੇ 5 ਮਿੰਟ ਆਕਸੀਜਨ ਨਾ ਬਣਾਈ ਤੇ 5 ਮਿੰਟਾਂ ਵਿੱਚ ਸਾਰੀ ਸ੍ਰਿਸ਼ਟੀ ਖਤਮ ਹੋ ਜਾਣੀ, ਪਟਾਕੇ ਪੈ ਜਾਣੇ ਪੂਰੇ, ਫੱਟੇ ਚੱਕੇ ਜਾਣੇ ਜਿਵੇਂ ਤੁਸੀਂ ਚੱਕਦੇ ਹੋ ਨਾ ਕਲਾਸ ਸ਼ੁਰੂ ਤੋਂ ਪਹਿਲਾਂ। ਜੇ ਤਿਸ ਮਨੋਂ ਨਾ ਵਿਸਰਹਿ, ਰੱਬ ਨੂੰ ਸੰਬੋਧਨ ਹੋ ਰਹੇ ਨੇ ਸੈਕੰਡ ਪਰਸਨ। ਜਿਵੇਂ ਮੈਂ ਤੁਹਾਨੂੰ ਕਹਾਂ ਵੀ ਕੁਲਦੀਪ ਕੌਰ ਭੈਣ ਜੀ ਜੇ ਤੁਸੀਂ ਮੈਨੂੰ ਨਾ ਭੁੱਲੋ, ਹਾਂ ਸੈਕੰਡ ਪਰਸਨ ਰੱਬ ਨੂੰ ਸਾਹਮਣੇ ਕਰਕੇ ਕਹਿ ਰਹੇ ਨੇ, ਜੇ ਤਿਸ ਮਨੋਂ ਨਾ ਵਿਸਰਹਿ ਪਿਹੇ ਰੱਬਾ, ਜੇ ਤੂੰ ਉਸ ਮਾਮੂਲੀ ਇਨਸਾਨ ਦੇ ਮਨ ਵਿੱਚੋਂ ਨਹੀਂ ਭੁੱਲਦਾ ਤਾਂ ਉਹਨਾਂ ਬਾਦਸ਼ਾਹਾਂ ਦੇ ਨਾਲੋਂ ਮਹਾਨ ਹੈ। ਹਾਂਜੀ, ਇੱਕ ਵਰਡ ਹੈਗਾ ਗਿਆਨੀ ਜੀ, ਅਸੂਲ, ਇੱਕ ਧਾਤ। ਇਹ ਧਾਤ ਕਈਆਂ ਨੇ ਧਾਤ ਪੜਾਇਆ, ਕਈਆਂ ਨੇ ਧਾਤ ਲਿਖਿਆ ਇੱਥੇ। ਨਹੀਂ ਧਾਤ ਪੜਨਾ ਇਹਨੂੰ, ਧਾਤ ਬਿੰਦੀ ਤੋਂ। ਹਾਂਜੀ ਹਾਂਜੀ, ਧਾਤੂ ਜਿਵੇਂ ਕਹਿੰਦੇ ਨਾ ਧਾਤੂ। ਹਾਂ ਧਾਤ। ਅੱਛਾ। ਹਾਂਜੀ ਧਾਤ ਨਹੀਂ, ਇਹ ਧਾਤੂ ਹੈਗਾ, ਧਾਤੂ। ਅੱਛਾ ਗਿਆਨੀ ਜੀ, ਇੱਕ ਵਰਡ ਆਪਾਂ ਪਹਿਲਾਂ ਕੀਤਾ ਸੀ, ਸੂ ਅਸਤ ਆਥ ਬਾਣੀ ਬਰਮਾਓ। ਹਾਂਜੀ, ਜੇ ਅਸੀਂ ਸੂ ਤੇ ਅਸਤ ਨੂੰ ਵੱਖਰਾ ਵੱਖਰਾ ਕਰੀਏ, ਹਾਂਜੀ, ਆਪਾਂ ਅਸਤ ਦਾ ਕੀ ਅੱਖਰ ਕੱਢਾਂਗੇ? ਅਸਤ ਦਾ ਮਤਲਬ ਹੋਏਗਾ ਹੋਣਾ ਹੈ, ਹੋਣਾ ਹੈ। ਅਸਤ ਦਾ ਮਤਲਬ? ਅਸਤ ਦਾ ਮਤਲਬ ਹੈ। ਅੱਛਾ, ਹੋਣਾ ਮਤਲਬ ਹੋਣਾ, ਸੋ ਅਸਤ ਦਾ ਮਤਲਬ ਕਿ ਤੂੰ ਹੈ। ਔਰ ਸਵਸਥ ਦਾ ਮਤਲਬ ਕਲਿਆਣਕਾਰੀ ਵੀ ਹੈ। ਸਵਸਥ ਦਾ ਅਰਥ ਤੇਰੀ ਜੈ ਹੋਵੇ ਵੀ। 3 4 5 6 ਅਰਥ ਨੇ ਸਵਸਥ ਦੇ। ਤੁਸੀਂ ਦੱਸਿਆ ਸੀ ਕਾਫੀ ਵਿਸਤਾਰ ਦੇ ਵਿੱਚ, ਪਰ ਮੈਨੂੰ ਇੱਕ ਦੋ ਨੇ ਪਹਿਲਾਂ ਡਿਫਰੈਂਟਲੀ ਦੱਸਿਆ ਸੀ ਤਾਂ ਮੈਂ ਕਲੈਰੀਫਾਈ ਕੀਤਾ। ਇਹਦਾ ਅਰਥ ਅਸੀਂ ਲਵਾਂਗੇ ਕਲਿਆਣਕਾਰੀ। ਅੱਛਾ, ਸਵਸਥ ਦਾ ਮਤਲਬ ਤੂੰ ਹੈ ਵੀ ਹੈ, ਔਰ ਸਵਸਥ ਦਾ ਮਤਲਬ ਤੇਰੀ ਸਦਾ ਜੈ ਹੋਵੇ ਵੀ ਹੈ, ਤੇ ਸਵਸਥ ਦਾ ਮਤਲਬ ਕਲਿਆਣਕਾਰੀ ਵੀ। ਇੱਥੇ ਅਸੀਂ ਇਹਦਾ ਅਰਥ ਕਲਿਆਣਕਾਰੀ ਲਵਾਂਗੇ। ਠੀਕ, ਥੈਂਕ ਯੂ ਜੀ, ਥੈਂਕ। ਧੰਨਵਾਦ ਜੀ ਕੁਲਦੀਪ ਕੌਰ। ਤੇ ਜਸਵਿੰਦਰ ਸਿੰਘ ਜੀ ਤੁਸੀਂ ਅਨਮਿਊਟ ਹੋਏ ਸੀਗੇ, ਤੇ ਤੁਸੀਂ ਕੋਈ ਪੁੱਛਣਾ ਤਾਂ ਤੁਸੀਂ ਮੁੜ ਕੇ ਮਿਊਟ ਹੋ। ਹਾਂਜੀ ਕਰੋ ਗੱਲ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ, ਮੇਰਾ ਸਵਾਲ ਇਹ ਸੀ ਜਿੱਥੇ ਲਿਖਿਆ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ, ਜਿੱਦਾਂ ਸਾਨੂੰ ਇਹਦੇ ਵਿੱਚ ਵੀ ਆਪਣੀ ਜਿਹੜੀ ਸੁਰਤ ਹੈ ਉਹਨੂੰ ਕਨਵਰਟ ਕਰਨ ਦੀ ਲੋੜ ਹੈ, ਜਿੱਦਾਂ ਜਿਹੜਾ ਮਨ ਹੈ ਉਹਨੂੰ ਚੰਗੇ ਪਾਸੇ ਲਾਉਣ ਦੀ ਲੋੜ ਹੈ, ਤਾਂ ਕਿ ਗੁਣਾਂ ਦੇ ਧਾਰਨੀ ਹੋ ਕੇ ਉਹਨੂੰ ਸਮਝ ਸਕੀਏ। ਹਾਂਜੀ, ਇਹਦਾ ਅਰਥ ਹੈਗਾ ਨਾਨਕ ਵੱਡਾ ਆਖੀਏ, ਕਿ ਸਾਨੂੰ ਵੱਡਾ ਵੱਡਾ ਆਖਣਾ ਚਾਹੀਦਾ ਹੈ, ਔਰ ਵੱਡਾ ਆਖ ਰਹੇ ਆ, ਆਖਿਆ ਜਾਂਦਾ ਹੈ, ਪਰ ਉਹਦਾ ਅੰਤ ਨਹੀਂ ਪਾਇਆ ਜਾਂਦਾ। ਵੀ ਆਪਣੇ ਆਪ ਨੂੰ ਆਪ ਜਾਣਦਾ ਕਿੱਡਾ ਵੱਡਾ। ਆਪੇ ਜਾਣੇ ਆਪ ਦਾ ਮਤਲਬ ਆਪਣੇ ਆਪ ਨੂੰ ਆਪ ਹੀ ਜਾਣਦਾ ਕਿੱਡਾ ਵੱਡਾ ਹੈ, ਤੇ ਸਾਨੂੰ ਉਹਦੀ ਸਿਫਤ ਕਰਨੀ ਚਾਹੀਦੀ ਹੈ, ਯਾਨੀ ਅਸੀਂ ਉਹ ਸਿਫਤ ਕਰ ਸਕਦੇ ਹਾਂ ਪਰ ਅੰਤ ਨਹੀਂ ਪਾ ਸਕਦੇ। ਠੀਕ ਹੈ, ਹਾਂਜੀ ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਯਾਨੀ ਕਿ ਇੱਕ ਕੁਐਸਚਨ ਦਿਮਾਗ ਦੇ ਵਿੱਚ ਆਉਂਦਾ, ਦਿਮਾਗ ਇੱਕ ਕੁਐਸਚਨ ਨਹੀਂ ਜੀ, ਐਕਚੁਅਲੀ ਸਾਡੀ ਮਨੌਤ ਹੁੰਦੀ ਸੀਗੀ ਇੱਕ ਤਰ੍ਹਾਂ ਨਾਲ,
ਉਹ ਜਿਹੜੀ ਪਹਿਲੀ ਆਪਣੇ ਸ਼ੁਰੂ ਦੇ ਵਿੱਚ ਆਪਾਂ ਕਿਹਾ ਸੀ ਨਾ, ਪਹਿਲੀ 22ਵੀਂ ਪੌੜੀ ਦੇ ਵਿੱਚ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਹਾਂਜੀ ਹਾਂਜੀ, ਇਹਦੇ ਬਾਰੇ ਸਾਡੀ ਮਨੌਤ ਤਾਂ ਜਿੱਦਾਂ ਸਾਨੂੰ ਦੱਸਿਆ ਗਿਆ ਸੀਗਾ ਤਕਰੀਬਨ ਉਹ ਇਹ ਸੀਗਾ ਕਿ ਗੁਰੂ ਨਾਨਕ ਦੇਵ ਜੀ ਸਾਡੇ ਮੋਢੀ, ਉਹਨਾਂ ਨੇ 500 ਸਾਲ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਲੱਖਾਂ ਹੀ ਆਕਾਸ਼ ਆ ਤੇ ਲੱਖਾਂ ਹੀ ਪਤਾਲ ਆ। ਹਾਂਜੀ, ਤੇ ਉਹਨਾਂ ਨੇ ਜਿੱਦਾਂ ਇੱਕ ਸਾਇੰਟੀਫਿਕ ਬ੍ਰੌਡਕਾਸਟ ਜਿੱਦਾਂ ਕੀਤੀ ਹੁੰਦੀ ਤਾਂ ਆਪਾਂ ਤਕਰੀਬਨ ਸਾਰੇ ਸਿੱਖ ਜਗਤ ਦੇ ਵਿੱਚ ਜਿਹੜੀ ਸਾਡੀ ਮਨੌਤ ਆ ਉਹ ਇਹੀ ਹੈ। ਤੇ ਉਹਨਾਂ ਨੇ ਇਹ ਗਿਣਤੀ ਕਰਕੇ ਸਾਨੂੰ ਦੱਸ ਦਿੱਤੀ ਸੀਗੀ ਤੇ ਅਸੀਂ ਉਹਨਾਂ ਨੂੰ ਵੱਡਾ ਮੰਨਦੇ ਹਾਂ ਇਸ ਚੀਜ਼ ਬਾਰੇ। ਪਰ ਅੱਜ ਦੀ ਜਿਹੜੀ ਵਿਆਖਿਆ ਸੀਗੀ ਉਹਦੇ ਵਿੱਚ ਇਦਾਂ ਨਹੀਂ ਹੈਗਾ। ਉਹ ਤਾਂ ਉਸ ਟਾਈਮ ਦੀ ਜਿੱਦਾਂ ਮਨੌਤ ਸੀਗੀ ਚੱਲਦੀ ਉਸ ਟਾਈਮ ਤੇ ਵੀ ਲੱਖਾਂ ਹੀ ਆਕਾਸ਼ ਹੈ ਲੱਖਾਂ ਹੀ ਪਤਾਲ ਆ, ਪਰ ਉਹਨਾਂ ਨੇ ਤਾਂ ਮਤਲਬ ਗਿਣਤੀ ਦੇ ਵਿੱਚ ਤਾਂ ਪਏ ਹੀ ਨਹੀਂ ਹੈਗੇ। ਤੇ ਇਹ ਮਨੌਤ ਗਲਤ ਸੀਗੀ ਜੀ। ਅਸਲ ਦੇ ਵਿੱਚ ਨਾ ਦੇਖੋ, ਇਹਦੇ ਵਿੱਚ ਜਿਹੜੀ ਅਸੀਂ ਪੜ੍ਹ ਰਹੇ ਹਾਂ ਨਾ ਕਿ ਸਹਿਸ 18 ਕਹਿਣ ਕਤੇਬਾਂ, ਕਿ ਕਤੇਬਾਂ ਕਹਿ ਰਹੀਆਂ ਨੇ ਕਿ ਉਹ ਮਤਲਬ 18,000 ਆਲਮ ਨੇ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ। ਜਿਹੜੇ ਵੇਦ ਸ਼ਾਸਤਰ ਨੇ ਉਹ ਵੀ ਕਹਿ ਰਹੇ ਨੇ ਵੀ ਲੱਖਾਂ ਨੇ ਤੇ ਉਹਨਾਂ ਦਾ ਅੰਤ ਨਹੀਂ ਪੈਂਦਾ। ਇਹ ਗੱਲ ਚੱਲ ਰਹੀ ਹੈ ਪਹਿਲਾਂ ਵੀ ਚੱਲ ਰਹੀ। ਹਾਂਜੀ ਹਾਂਜੀ, ਗੁਰੂ ਜੀ ਹੁਣ ਉੱਥੇ ਅਗਲੀ ਗੱਲ ਕਹਿ ਰਹੇ ਨੇ, ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼। ਵੀ ਲੱਖਾਂ ਵੀ ਨਹੀਂ ਕਹਿ ਜਾ ਸਕਦੇ, ਇਹ ਅਨੰਤ ਨੇ, ਇਹਨਾਂ ਦਾ ਲੇਖਾ ਜੋਖਾ ਹੋ ਨਹੀਂ ਸਕਦਾ। ਲੱਖਾਂ ਵਾਲੀ ਗੱਲ ਪਹਿਲਾਂ ਵੀ ਚੱਲ ਰਹੀ ਸੀ। ਹਾਂਜੀ ਹਾਂਜੀ, ਬਸ ਇਹ ਇੱਕ ਤਰ੍ਹਾਂ ਦੀ ਸਾਡੇ ਦਿਮਾਗ ਦੇ ਵਿੱਚ ਘੁੰਮਦੀ ਸੀਗੀ ਕਿ ਗੁਰੂ ਨਾਨਕ ਦੇਵ ਜੀ ਇਹ ਕਹਿ ਗਏ ਆ, ਪਰ ਐਕਚੁਅਲੀ ਉਹਨਾਂ ਤੋਂ ਪਹਿਲਾਂ ਵੀ ਇਹ ਚੱਲਦੀ ਸੀ। ਉਹਨਾਂ ਨੇ ਗੱਲ ਚੱਲ ਰਹੀ ਹੈ, ਗੁਰੂ ਨਾਨਕ ਦੇਵ ਜੀ ਅਨੰਤਤਾ ਵਾਲੀ ਗੱਲ ਕਰ ਰਹੇ ਨੇ। ਜਿਵੇਂ ਨਾ ਪਹਿਲਾਂ 84 ਲੱਖ ਜੂਨ ਦੀ ਵੀ ਗੱਲ ਚੱਲ ਰਹੀ ਸੀ ਜੀ 84 ਲੱਖ ਜੂਨਾਂ ਨੇ, ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵੀ 84 ਲੱਖ ਹੀ ਨਹੀਂ, ਇੱਥੇ ਤਾਂ ਅਨੰਤ ਜੂਨਾਂ ਨੇ, ਕਰੋੜਾਂ ਜੂਨਾਂ ਨੇ, ਮਤਲਬ ਇਹਦਾ ਕੋਈ ਅੰਤ ਨਹੀਂ ਹੈ। ਦੇਖੋ ਹੁਣ 87 ਲੱਖ ਜੂਨਾਂ ਤਾਂ ਸਾਇੰਸ ਖੋਜ ਚੁੱਕੀ ਹੈ, ਲੇਕਿਨ ਇਹ 87 ਲੱਖ ਵੀ ਨਹੀਂ, ਇੱਥੇ ਅਨੰਤ ਨੇ। ਮਤਲਬ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਮਨੌਤ ਹੈਗੀ ਹੈ, ਮੰਨਣਾ ਹੈਗਾ, ਉਹ ਹੈਗਾ ਵੀ ਅਨੰਤ ਹੈ, ਇੱਥੇ ਕੁਛ ਵੀ ਗਿਣਤੀ ਮਿਲਦੀ ਵਿੱਚ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਤੇ ਹੋਰ ਤਾਂ ਕੋਈ ਅਨਮਿਊਟ ਨਹੀਂ ਜੀ ਹੋਇਆ। ਮੈਂ ਇੱਕ ਹੋਰ ਕੁਐਸਚਨ ਪੁੱਛਣਾ ਸੀਗਾ। ਤੁਸੀਂ 2-3 ਦਿਨ ਪਹਿਲਾਂ ਕਿਹਾ ਸੀਗਾ ਕਿ ਜਿਹੜਾ ਸਾਡਾ ਆਪਣਾ ਗਰੁੱਪ ਆ ਉਹਦੇ ਵਿੱਚ ਤੁਸੀਂ ਕੁਝ ਇਨਫੋਰਮੇਸ਼ਨ ਦਿਓਗੇ, ਚਾਹੇ ਆਡੀਓ ਰਾਹੀਂ ਜਾਂ ਕਿੱਦਾਂ, ਉਹ ਤੁਸੀਂ ਦੇ ਰਹੇ ਜਾਂ ਜੇ ਮੈਨੂੰ ਉਹ ਨਾ ਮੈਂ ਦੇ ਨਹੀਂ ਸਕਿਆ, ਸੌਰੀ, ਮੇਰੇ ਕੋਲ ਥੋੜਾ ਟਾਈਮ ਨਹੀਂ ਬਚਿਆ ਤੇ ਮੈਂ ਕੱਲ ਐਤਵਾਰ ਤੱਕ ਉਹ ਸਾਰਾ ਪਾ ਦਾਂ। ਕੱਲ ਮੈਂ ਵਿਹਲਾ ਹੀ ਹਾਂ ਤੇ ਕੱਲ ਨੂੰ ਮੈਂ ਸਾਰਾ ਪਾ ਦਾਂ। ਠੀਕ ਹੈ ਜੀ, ਮਿਹਰਬਾਨੀ। ਉਹਦੇ ਵਿੱਚ ਵੈਸੇ ਇਹਨਾਂ ਹੈ ਕਿ ਗਰੁੱਪ ਦੇ ਵਿੱਚ ਜੇ ਕੋਈ ਸਵਾਲ ਤੁਸੀਂ ਪੁੱਛਣਾ ਚਾਹੋ ਤਾਂ ਬੋਲ ਕੇ ਜਾਂ ਲਿਖ ਕੇ ਤੁਸੀਂ ਪੁੱਛ ਸਕਦੇ ਹੋ। ਗਰੁੱਪ ਦੇ ਵਿੱਚ ਹੋਰ ਕੋਈ ਮੈਸੇਜ ਨਾ ਪਾਓ, ਕੋਈ ਵੀ, ਮੈਂ ਫਤਿਹ ਵਾਲਾ ਜਾਂ ਧੰਨਵਾਦ ਵਾਲਾ ਜਾਂ ਕੋਈ ਵੀ। ਤੇ ਜੇ ਕੋਈ ਸਵਾਲ ਹੋਏ ਤੁਹਾਡਾ ਜਪਜੀ ਸਾਹਿਬ ਬਾਰੇ ਤਾਂ ਉਹ ਪੁੱਛ ਸਕਦੇ ਹੋ, ਉਚਾਰਨ ਬਾਰੇ ਵੀ ਜਾਂ ਹੋਰ ਵੀ ਕੋਈ। ਤੇ ਬਾਕੀ ਮਤਲਬ ਐਤਵਾਰ ਤੱਕ ਮੈਂ ਕੱਲ ਤੱਕ ਪਾ ਦਾਂਗਾ। ਕੁਛ ਠੀਕ ਹੈ ਜੀ, ਰਾਤ ਨੂੰ ਪਾ ਦਾਂ, ਕੁਛ ਕੱਲ। ਠੀਕ ਹੈ ਜੀ, ਮਿਹਰਬਾਨੀ। ਆਪਣੇ ਵਿਊਜ਼ ਦੇਣੇ ਹੁਣ ਦੇ ਸਕਦੇ ਹੋ ਜਾਂ ਜਿਸ ਤਰ੍ਹਾਂ। ਹਾਂਜੀ, ਮੈਂ ਬੇਨਤੀ ਤਾਂ ਕੀਤੀ ਸੀ ਜੀ, ਪਰ ਮੇਰਾ ਖਿਆਲ ਸਾਰੇ ਸੈਟਿਸਫਾਈਡ ਲੱਗਦੇ ਆ ਜੀ। ਤੇ ਇੱਥੇ ਆਪਾਂ ਸਮਾਪਤੀ ਕਰ ਦਿੰਦੇ ਜੀ। ਤੇ ਆਪਾਂ ਹੁਣ ਅੱਜ ਸੈਟਰਡੇ ਹੈ। ਜਸਵਿੰਦਰ ਸਿੰਘ ਜੀ, ਤੁਸੀਂ ਕੁਝ ਕਹਿਣਾ? ਹਾਂਜੀ, ਇੱਕ ਭਾਈ ਸਾਹਿਬ ਮੇਰਾ ਜਨਰਲ ਕੁਐਸਚਨ ਸੀ, ਜਿੱਦਾਂ ਜੇ ਮਨ ਦੇ ਹਿਸਾਬ ਜਿੱਦਾਂ ਜਿਹੜੇ ਮਨ ਨੇ ਆਪਾਂ 3 ਹਿੱਸਿਆਂ ਵਿੱਚ ਵੰਡਿਆ, ਜਿੱਦਾਂ ਵੀ ਕੌਨਸ਼ੀਅਸ ਮਾਈਂਡ, ਸਬ ਕੌਨਸ਼ੀਅਸ ਮਾਈਂਡ, ਇੱਕ ਜਿਹੜਾ ਅਨਕੌਨਸ਼ੀਅਸ ਮਾਈਂਡ, ਇਹ ਆਪਾਂ ਕਿੱਦਾਂ ਇਹਨਾਂ ਨੂੰ ਸਮਝੀਏ? ਇਸ ਜਿੱਦਾਂ ਮਨ ਦੇ ਪ੍ਰਤੀ ਇਹ ਜਿਹੜੇ 3 ਤਰ੍ਹਾਂ ਦਾ ਮਨ, ਇਹਨੂੰ ਕਿੱਦਾਂ ਆਪਾਂ ਲਈਏ ਰਾਈਟ ਗੁਰਬਾਣੀ ਦੇ ਹਿਸਾਬ ਦੇ ਨਾਲ? ਇਹਨਾਂ ਨੂੰ ਨਾ ਅਸੀਂ ਸਿੰਪਲ ਆਪਣੀ ਜਿਹੜੀ ਲੈਂਗੁਏਜ ਵਿੱਚ ਸਮਝਣ ਵਾਸਤੇ ਅਸੀਂ ਕਹਿ ਸਕਦੇ ਹਾਂ ਵੀ ਇੱਕ ਤੇ ਅਸੀਂ ਉਤਲੇ ਮਨ ਚੋਂ ਕਹਿੰਦੇ ਹਾਂ, ਇੱਕ ਸਾਡਾ ਗਹਿਰਾ ਮਨ। ਇਹਨੂੰ ਅਸੀਂ ਇੰਝ ਸਮਝ ਸਕਦੇ ਹਾਂ ਵੀ ਜਿਵੇਂ ਇੱਕ ਸਮਾਨ ਤਾਂ ਤੁਹਾਡਾ ਨਾ ਡਿਸਪਲੇ ਹੋਇਆ ਹੈ ਦੁਕਾਨ ਦੇ ਵਿੱਚ ਸਾਹਮਣੇ, ਤੇ ਇਹ ਸਾਡੇ ਕੋਲ ਇੱਕ ਕਮੀਜ਼ ਪਜਾਮੇ ਇਹ ਸਮਾਨ ਸਾਡੇ ਕੋਲ ਹੈਗਾ, ਡਿਸਪਲੇ ਹੋਇਆ ਹੈ। ਤੇ ਦੂਜਾ ਹੈਗਾ ਤੁਹਾਡੇ ਸਟੋਰ ਦੇ ਵਿੱਚ ਬਹੁਤ ਕੁਝ ਭਰਿਆ ਹੈ, ਤੇ ਜਿਹੜਾ ਅਸੀਂ ਬਾਹਰ ਬੋਲ ਰਹੇ ਹਾਂ ਇਹ ਤਾਂ ਸਾਡਾ ਹੈਗਾ ਕੌਨਸ਼ੀਅਸ ਮਾਈਂਡ, ਅਸੀਂ ਜਿਹਨੂੰ ਕਹਿ ਸਕਦੇ ਹਾਂ ਸਿੰਪਲ ਸਮਝਣ ਵਾਸਤੇ। ਤੇ ਜਿਹਦੇ ਵਿੱਚ ਸਾਡੇ ਅਨੰਤ ਵਿਚਾਰ ਭਰੇ ਪਏ ਨੇ ਉਹ ਸਾਡਾ ਹੈਗਾ ਸਟੋਰ, ਉਹਨੂੰ ਅਸੀਂ ਸਬ ਕੌਨਸ਼ੀਅਸ ਮਾਈਂਡ ਕਹਿ ਸਕਦੇ ਹਾਂ। ਤੇ ਉਹਦੇ ਵਿੱਚੋਂ ਜਿਵੇਂ ਅਸੀਂ ਦੁਕਾਨ ਦੇ ਉੱਤੇ ਜਦੋਂ ਕੋਈ ਚੀਜ਼ ਡਿਸਪਲੇ ਕਰਨੀ ਤੇ ਸਟੋਰ ਚੋਂ ਲਿਆ ਕੇ ਕਰੀ ਜਾਈਦਾ, ਐਵੇਂ ਜਿਹੜੇ ਅਸੀਂ ਸੁਣਦੇ ਆ ਉਹ ਸਾਡੇ ਸਾਰਾ ਕੁਛ ਨਾ ਅੰਦਰ ਰਿਕਾਰਡ ਹੋਈ ਜਾਂਦਾ। ਜਿਵੇਂ ਹੁਣ ਅਸੀਂ ਕਲਾਸ ਵਿੱਚ ਬੈਠੇ ਹਾਂ, ਜਿੱਥੇ ਵੀ ਅਸੀਂ ਘੁੰਮਦੇ ਫਿਰਦੇ ਹਾਂ, ਸਾਰਾ ਕੁਛ ਡਿਫਾਲਟ ਸੈਟਿੰਗ ਦੇ ਉੱਤੇ ਲੱਗਾ ਹੋਇਆ ਸਾਡੇ ਦਿਮਾਗ ਦਾ ਕੈਮਰਾ, ਔਰ ਡਿਫਾਲਟ ਸੈਟਿੰਗ ਦੇ ਉੱਤੇ ਲੱਗਾ ਹੋਇਆ ਸਾਡੇ ਅੰਦਰ ਸਾਰਾ ਕੁਛ ਉਹ ਲਈ ਜਾਂਦਾ ਹੈ। ਜਿਵੇਂ ਇੱਕ ਰਿਕਾਰਡਿੰਗ ਚੱਲ ਰਹੀ ਹੈ ਨਾ ਸਾਡੇ CCTV ਕੈਮਰੇ ਦੀ,
ਤਾਂ ਉਹ ਇਹ ਨਹੀਂ ਵੇਖਦਾ ਵੀ ਅੱਗੇ ਕੋਈ ਚੰਗਾ ਬੰਦਾ ਆ ਰਿਹਾ ਜਾਂ ਮਾੜਾ ਆ ਰਿਹਾ, ਮੇਰੇ ਸਾਹਮਣੇ ਬਹਿ ਕੇ ਕੋਈ ਬਾਣੀ ਪੜ੍ਹ ਰਿਹਾ ਕਿ ਸ਼ਰਾਬ ਪੀ ਰਿਹਾ, ਉਹ ਸਾਰਾ ਕੁਝ ਰਿਕਾਰਡ ਕਰੀ ਜਾਂਦਾ। ਲੇਕਿਨ ਜਦੋਂ ਅਸੀਂ ਵਿਖਾਣਾ ਹੁੰਦਾ ਉਹਦੇ ਵਿੱਚੋਂ ਕੱਟ ਵੱਢ ਕੇ ਵਿਖਾ ਦਿੰਦੇ ਆ ਕੁਝ। ਐਵੇਂ ਜਿਹੜਾ ਸਾਡਾ ਨਾ ਸਬਕੌਂਸ਼ੀਅਸ ਮਾਈਂਡ ਉਹ ਸਾਰਾ ਕੁਝ ਰਿਕਾਰਡ ਕਰੀ ਜਾਂਦਾ, ਉਹਨੂੰ ਇਹ ਨਹੀਂ ਪਤਾ ਵੀ ਕੀ ਚੰਗਾ ਹੈ ਤੇ ਕੀ ਮੰਦਾ, ਉਹਨੇ ਅੰਦਰ ਭਰੀ ਜਾਣਾ ਤੇ ਉਹਨੇ ਅੰਦਰੋਂ ਫਿਰ ਤੁਹਾਨੂੰ ਸੰਕੇਤ ਦੇਣੇ ਨੇ ਜੋ ਵੀ ਦੇਣੇ ਤੇ ਉਹ ਜਾਂਦੇ ਸਾਨੂੰ ਅੰਦਰੋਂ ਸੰਕੇਤ ਆਉਂਦੇ ਨੇ, ਫਿਰ ਉਹ ਜਿਹਾ ਅਸੀਂ ਕਰੀ ਜਾਂਦੇ ਜੋ ਅਸੀਂ ਆਪਣੇ ਦਿਮਾਗ ਵਿੱਚ ਭਰ ਲੈਂਦੇ ਆ। ਤੇ ਉਹਦੇ ਵਿੱਚ ਸਾਨੂੰ ਡਿਫਾਲਟ ਸੈਟਿੰਗ ਦੀ ਬਜਾਏ ਮੈਨੂਅਲ ਤੇ ਕਰਨਾ ਚਾਹੀਦਾ ਸਾਨੂੰ ਆਪਣੇ ਦਿਮਾਗ ਨੂੰ, ਜਿਵੇਂ ਆਪਾਂ ਇਸ ਚੀਜ਼ ਨੂੰ ਸਮਝਣ ਲਈ, ਜਿਵੇਂ ਹੁਣ ਤੁਸੀਂ ਹੋ ਤੇ ਮੈਂ ਆਪਣੇ ਦਿਮਾਗ ਦੇ ਵਿੱਚ ਕੌਨਸ਼ੀਅਸ ਮਾਈਂਡ ਨਾਲ ਜਿਹੜਾ ਸੁਚੇਤ ਮੇਰਾ ਦਿਮਾਗ ਹੈ ਉਹਦੇ ਨਾਲ ਮੈਂ ਇਹ ਸੋਚ ਲਿਆ ਵੀ ਜਸਵਿੰਦਰ ਸਿੰਘ ਇੱਕ ਬਹੁਤ ਚੰਗਾ ਬੰਦਾ ਹੈ, ਰੱਬ ਵਰਗਾ ਆਦਮੀ ਹੈ। ਹੁਣ ਇਹ ਮੇਰੇ ਅੰਦਰ ਚਲਾ ਗਿਆ, ਸਟੋਰ ਦੇ ਅੰਦਰ, ਸਬਕੌਂਸ਼ੀਅਸ ਦੇ ਅੰਦਰ, ਤੇ ਜਦੋਂ ਤੁਸੀਂ ਮੇਰੇ ਸਾਹਮਣੇ ਆਓਗੇ ਤੇ ਸਬਕੌਂਸ਼ੀਅਸ ਦੇ ਵਿੱਚੋਂ ਸਿਗਨਲ ਆਏਗਾ ਮੇਰੇ ਕੌਨਸ਼ੀਅਸ ਮਾਈਂਡ ਵਿੱਚ ਕਿ ਜਸਵਿੰਦਰ ਸਿੰਘ ਬਹੁਤ ਚੰਗਾ ਆਦਮੀ, ਤਾਂ ਮੈਂ ਤੁਹਾਡੇ ਨਾਲ ਚੰਗਾ ਵਿਹਾਰ ਕਰਾਂਗਾ। ਲੇਕਿਨ ਬਾਈ ਦੀ ਵੇ ਮੈਂ ਆਪਣੇ ਦਿਮਾਗ ਦੇ ਵਿੱਚ ਇਹ ਸੋਚ ਲਿਆ ਕਿ ਜਸਵਿੰਦਰ ਸਿੰਘ ਯਾਰ ਬੰਦਾ ਠੀਕ ਨਹੀਂ ਹੈ, ਇਹਦਾ ਵਿਹਾਰ ਮਾੜਾ ਹੈ ਤੇ ਇਹਦੇ ਨਾਲ ਯਾਰੀ ਰੱਖਣੀ ਠੀਕ ਨਹੀਂ ਹੈ। ਹੁਣ ਇਹ ਚੀਜ਼ ਮੈਂ ਦਿਮਾਗ ਨਾਲ ਸੋਚੀ ਤੇ ਮੇਰੇ ਅੰਦਰ ਚਲੀ ਗਈ, ਸਬਕੌਂਸ਼ੀਅਸ ਵਿੱਚ ਤੁਹਾਡੀ ਇਮੇਜ ਬਣ ਗਈ। ਜਦੋਂ ਤੁਸੀਂ ਮੇਰੇ ਸਾਹਮਣੇ ਆਓਗੇ ਤੁਹਾਡੀ ਫੋਟੋ ਦੇਖਦਿਆਂ ਸਾਰ ਅੰਦਰੋਂ ਮਤਲਬ ਆਵਾਜ਼ ਆਉਣੀ ਹੈ ਕਿ ਜਸਵਿੰਦਰ ਸਿੰਘ ਬੰਦਾ ਠੀਕ ਨਹੀਂ ਹੈ, ਤਾਂ ਮੈਂ ਤੁਹਾਡੇ ਨਾਲ ਵਿਹਾਰ ਵੀ ਠੀਕ ਨਹੀਂ ਕਰਾਂ। ਇਸ ਲਈ ਕਿਉਂਕਿ ਸਾਡਾ ਸਬਕੌਂਸ਼ੀਅਸ ਮਾਈਂਡ ਹਰ ਚੀਜ਼ ਰਿਕਾਰਡ ਕਰੀ ਜਾਂਦਾ ਹੈ, ਤਾਂ ਕਿਸੇ ਦੀ ਵੀ ਪਰਸਨੈਲਿਟੀ ਆਪਣੇ ਮਨ ਦੇ ਅੰਦਰ ਬਣਾਉਣ ਤੋਂ ਪਹਿਲਾਂ, ਇਮੇਜ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚ ਲਓ, ਕਿਉਂਕਿ ਇੱਕ ਵਾਰੀ ਤੁਸੀਂ ਉਹ ਕਿਸੇ ਦੀ ਇਮੇਜ ਬਣਾ ਲਈ ਜਾਂ ਕਿਸੇ ਚੀਜ਼ ਬਾਰੇ ਸੋਚ ਲਿਆ ਤੇ ਫਿਰ ਉਹਨੂੰ ਕੱਢਣਾ ਔਖਾ ਹੋ ਜਾਂਦਾ। ਇਸ ਲਈ ਸੋਚ ਕੇ ਜੋ ਅਸੀਂ ਇੱਕ ਵਾਰੀ ਆਪਣੇ ਅੰਦਰ ਬਿਠਾ ਲੈਂਦੇ ਹਾਂ, ਜਿੱਥੇ ਉਹ ਚਲਾ ਜਾਂਦਾ ਹੈ ਉਹਨੂੰ ਅਸੀਂ ਸਬਕੌਂਸ਼ੀਅਸ ਮਾਈਂਡ ਕਹਿ ਸਕਦੇ ਹਾਂ। ਯਾਨੀ ਇਹਨੂੰ ਸਮਝਣ ਵਾਸਤੇ ਅਸੀਂ ਇਹ ਮਿਸਾਲਾਂ ਵਰਤੀਆਂ ਨੇ, ਐਵੇਂ ਹੈ ਨਹੀਂ, ਉਹਦਾ ਹੈ ਤਾਂ ਹੋਰ, ਲੇਕਿਨ ਐਵੇਂ ਅਸੀਂ ਸਮਝ ਸਕਦੇ ਹਾਂ। ਤਾਂ ਸਾਨੂੰ ਆਪਣੇ ਦਿਮਾਗ ਨੂੰ ਡਿਫਾਲਟ ਸੈਟਿੰਗ ਦੀ ਬਜਾਏ ਮੈਨੂਅਲ ਕਰਨਾ ਚਾਹੀਦਾ ਹੈ ਕਿ ਸਾਨੂੰ ਕੀ ਚੀਜ਼ ਚਾਹੀਦੀ, ਕੀ ਨਹੀਂ ਚਾਹੀਦੀ। ਜਿਹੜੀ ਨਹੀਂ ਚਾਹੀਦੀ ਉਹਨੂੰ ਬੈਨ ਕਰ ਦਿਓ, ਅੰਦਰ ਜਾਣ ਨਾ ਦਿਓ, ਅੰਦਰ ਚੰਗੀਆਂ ਚੀਜ਼ਾਂ ਦਾ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਹਾਂਜੀ ਹਾਂਜੀ, ਠੀਕ ਹੈ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਅੱਜ ਹੈਗਾ ਸ਼ਨੀਚਰਵਾਰ, ਕੱਲ ਨੂੰ ਕਰੋ ਰੈਸਟ ਤੇ ਆਪਾਂ ਸੋਮਵਾਰ ਨੂੰ ਮੁੜ ਕੇ ਆ ਜਾਵਾਂਗੇ ਜੀ 2 ਵਜੇ। ਚੇਤਾ ਨਾ ਭੁੱਲੇ, ਸਾਰਿਆਂ ਨੂੰ ਇਹ ਰਿਮਾਈਂਡਰ ਆ। ਤੇ ਆਪ ਵੀ ਆਓ, ਆਪਣੇ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਨੂੰ ਵੀ ਹੋਰ ਨੂੰ ਵੀ ਦੱਸੋ, ਲੈ ਕੇ ਆਓ। ਤੇ 2 ਵਜੇ ਮਿਲਦੇ ਆ ਜੀ ਮੰਡੇ ਨੂੰ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।